पंजाब विधान सभा चोणां 2022 तैयारी किन्नी कुछ हो चुकी है, किन्नी कुछ होनी बाकी है, की कुछ खास गल्लां ने जिन्हां दा ध्यान रखना साडे लई बेहद ज़्यादा ज़रूरी है। वैसे हर 5 साल बाद साडे दरम्यान जिहड़े मुद्दे ने वो उठदे ने, असीं विचार चर्चा भी करते हैं, कई बार नतीजिਆਂ ते पहुंचते हैं ते बहुती वार असीं निराश हुंदे हैं। इस वार दी इलैक्शनस दे विच की कुछ होण वाला है, ये असीं काफ़ी दिनां तो तुहाडे नाल विचार चर्चा कर रहे हैं, कोशिश कर रहे हैं कि वो अहम मुद्दे जिहड़े कि वाकई ही हर वार की तरह इस वार भी बार बार दोहराए जाण, साडे नुमाइंदियां नूं याद करवाए जाण, कीते होए वादे जिहड़े अधूरे रह गए, जिहड़े पूरे कीते जाने जरूरी सन। खास तौर पर जदों असीं अपनी नौजवान पीढ़ी की गल करते हैं, नौजवानी की गल करते हैं, चोणां तो बाद जिहड़े वादे मुकम्मल होने हुंदे ने, वो किधर जांदे ने, इन्हां सारियां गल्लां दा ध्यान रखते हुए अज फिर एक वारी असीं तुहाडे सन्मुख हाज़र होए हां। साडे नाल अज दी विचार चर्चा दे विच ने पंजाब लोक कांग्रेस तो एडवोकेट जगमोहन सिंह जी, हरजीत सिंह भुल्लर जी श्रोमणी अकाली दल तो, जगतार सिंह सिद्धू जी संयुक्त समाज मोर्चा तो। सर बहुत बहुत स्वागत है तुहाडा सारियां दा अज दी विचार चर्चा दे विच। चोणां बेहद नज़दीक ने, पर इस वार मैनीफेस्टो आउण दे विच सारियां ही पार्टीज़ का बहुत लंबा समा लग्या, की वजह रही है तुहाडे वल्लों, की कहना चाहोगे सर तुसीं? एक तो कारण साडा ये सीगा कि पंजाब लोक कांग्रेस और अकाली दल संयुक्त ते बीजेपी का जिहड़ा आपसी महागठबंधन सी ਉਹਨੂੰ ਥੋੜਾ ਜਿਹਾ ਸਟੈਂਡਰਡਾਈਜ਼ ਕਰਨ ਦੇ ਲਈ ਆਪਸ ਦੇ ਵਿੱਚ ਜਿਹੜੀਆਂ ਨੀਤੀਆਂ ਸੀ ਉਸ ਨੂੰ ਐਕਸਚੇਂਜ ਕਰਨ ਦੇ ਲਈ ਥੋੜਾ ਟਾਈਮ ਲੱਗਿਆ, ਲੇਕਿਨ ਫਿਰ ਵੀ ਅਸੀਂ ਜਿਹੜਾ ਹੈਗਾ ਸਾਰਾ ਜਿਹੜੇ ਪੰਜਾਬ ਦੇ ਵਿੱਚ ਅਗਲੇ 5 ਸਾਲਾਂ ਦੇ ਵਿੱਚ ਜੋ ਵੀ ਸਾਡੀ ਯੋਜਨਾ ਤੇ ਵਿਉਂਤਬੰਦੀ ਹੈ ਉਸ ਨੂੰ ਅਸੀਂ ਨਿਬੇੜ ਲਿਆ। ਐਂਡ ਇਹ ਲੱਗਦਾ ਇਹ ਹੈ ਕਿ ਜੇ ਸਾਨੂੰ ਮੌਕਾ ਦਿੱਤਾ ਗਿਆ ਪੰਜਾਬ ਦੇ ਲੋਕਾਂ ਵੱਲੋਂ, ਅਸੀਂ ਕੰਪਰੀਹੈਂਸਿਵਲੀ ਪੰਜਾਬ ਨੂੰ ਜਿਹੜਾ ਹੈ ਡੈਟ ਰਿਟਰਨ ਸਟੇਟ ਦੇ ਵਿੱਚੋਂ ਬਾਹਰ ਕੱਢ ਲਾਂਗੇ ਤੇ ਖਾਸ ਤੌਰ ਦੇ ਉੱਤੇ ਖੇਤੀ ਸੈਕਟਰ ਜਿਹੜਾ ਹੈਗਾ ਉਸ ਦੇ ਜਿਹੜੀ ਜੋ ਕ੍ਰਾਈਸਿਸ ਹੈ ਉਸ ਨੂੰ ਵੀ ਦੂਰ ਕਰਾਂਗੇ ਔਰ ਉਹਦੀ ਡਿਵੈਲਪਮੈਂਟ ਦੇ ਵਿੱਚ ਜਿਹੜਾ ਹੈ ਸਾਡੇ ਜਿਹੜੇ ਨੌਜਵਾਨ ਨੇ, ਚਾਹੇ ਪੇਂਡੂ ਖੇਤਰ ਦੇ ਆ ਚਾਹੇ ਸ਼ਹਿਰੀ ਖੇਤਰ ਦੇ ਆ, ਇੰਪਲਾਇਮੈਂਟ, ਹੈਲਥ, ਇਹ ਸਾਰੇ ਖੇਤਰ ਦੇ ਵਿੱਚ ਅਸੀਂ ਪੰਜਾਬ ਨੂੰ ਜਿਹੜਾ ਹੈ ਅਗਲੇ 5 ਸਾਲਾਂ ਦੇ ਵਿੱਚ ਇੱਕ ਨਵਾਂ ਪੰਜਾਬ ਬਣਾਵਾਂਗੇ। ਜੀ ਕੀ ਕਹਿਣਾ ਚਾਹੋਗੇ ਹਰਜੀਤ ਜੀ ਤੁਸੀਂ, ਤੁਹਾਡੇ ਮੈਨੀਫੈਸਟੋ ਦੇ ਵਿੱਚ ਕਿਹੜੀਆਂ ਖਾਸ ਗੱਲਾਂ ਨੇ ਜਿਹੜੀਆਂ ਕਿ ਪਹਿਲਾਂ ਕਦੇ ਨਹੀਂ ਹੋਈਆਂ, ਇਸ ਵਾਰ ਨਵੀਆਂ ਨੇ? ਦੇਖੋ, ਸਾਡਾ ਪਹਿਲਾਂ ਵੀ ਜਦੋਂ ਸਰਕਾਰਾਂ ਰਹੀਆਂ ਨੇ ਔਰ ਕਿਉਂਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੋਣਾ ਨੇ ਹਮੇਸ਼ਾ ਕਿਸਾਨੀ ਦੀ ਔਰ ਜਿਹੜੇ ਵਪਾਰੀ ਨੇ ਔਰ ਪੰਜਾਬੀਅਤ ਦੀ ਗੱਲ ਕੀਤੀ, ਜਿਹਦਾ ਕਰਕੇ ਉਹਨਾਂ ਨੂੰ 5 ਵਾਰੀ ਮੁੱਖ ਮੰਤਰੀ ਬਣਨ ਦਾ ਮੌਕਾ ਮਿਲਿਆ ਔਰ ਲੋਕਾਂ ਨੇ ਉਹਨਾਂ ਨੂੰ ਮਤਦਾਨ ਦਿੱਤਾ ਔਰ ਬਣਾਇਆ, ਉਹਨਾਂ ਨੂੰ ਸਨਮਾਨਿਤ ਕੀਤਾ ਇਸ ਗੱਲ 'ਤੇ। ਔਰ ਪਿਛਲੀ ਜਿਹੜੀ ਸਰਕਾਰ ਸੀ 10 ਸਾਲ ਦੀ, ਉਹਦੇ ਵਿੱਚ ਜਿੰਨੇ ਵੀ ਅਸੀਂ ਵਾਅਦੇ ਕੀਤੇ ਸੀ ਅਸੀਂ ਫੁੱਲਫਿਲ ਕੀਤੇ, ਚਾਹੇ ਉਹ ਡਿਵੈਲਪਮੈਂਟ ਦਾ ਵਾਅਦਾ ਸੀਗਾ, ਸੜਕਾਂ ਦਾ ਵਾਅਦਾ ਸੀਗਾ, ਨਾਲੀਆਂ ਗਲੀਆਂ ਦਾ ਵਾਅਦਾ ਸੀਗਾ, ਚਾਹੇ ਨਹਿਰਾਂ ਪੱਕੀਆਂ ਕਰਨ ਦਾ ਵਾਅਦਾ ਸੀਗਾ, ਬਿਜਲੀ ਸਰਪਲਸ ਕਰਨ ਦਾ ਵਾਅਦਾ ਸੀਗਾ, ਵਧੀਆ ਐਜੂਕੇਸ਼ਨ ਦੇਣ ਦਾ ਸੀਗਾ, ਏਅਰਪੋਰਟਸ ਨਵੇਂ ਲੈ ਕੇ ਆਉਂਦੇ, ਜੁਡੀਸ਼ੀਅਲ ਕੰਪਲੈਕਸ ਜਿਹੜੇ ਨੇ ਉਹ ਬਣਾਏ ਗਏ, ਸੁਵਿਧਾ ਕੇਂਦਰ ਦਿੱਤੇ ਗਏ, ਨੌਕਰੀਆਂ ਵੀ ਦਿੱਤੀਆਂ ਗਈਆਂ। ਔਰ ਉਹਦੇ 'ਚ ਕਿਤੇ ਵੀ ਜਿਹੜੀ ਕੋਈ ਪਾਰਟੀ ਸੀ, ਜਿਸ ਤਰ੍ਹਾਂ ਕਾਂਗਰਸ ਅਗਰ ਆਈ ਵੀ ਪਾਵਰ ਦੇ ਵਿੱਚ, ਇੱਕ ਝੂਠੇ ਵਾਅਦਿਆਂ ਕਰਕੇ ਗੁਟਕਾ ਸਾਹਿਬ ਦੀ ਸਹੁੰ ਖਾ ਕੇ ਤੇ ਉੱਤੇ ਇਹਨਾਂ ਨੇ ਬਣਾਈ, ਕਿਤੇ ਵੀ ਸਾਡੀ ਡਿਵੈਲਪਮੈਂਟ ਬਾਰੇ ਕੋਈ ਕੁਐਸਚਨ ਨਹੀਂ ਸੀ ਉਹਦੇ 'ਚ। ਔਰ ਸੇਮ ਚੀਜ਼ ਜਿਹੜੀ ਹੁਣ ਸਰਦਾਰ ਸੁਖਬੀਰ ਬਾਦਲ ਹੋਣਾ ਨੇ ਆਪਣਾ ਮੈਨੀਫੈਸਟੋ ਦਿੱਤਾ ਹੈਗਾ, ਉਹਦੇ 'ਚ ਜਿਹੜੀਆਂ ਚੀਜ਼ਾਂ ਕਹੀਆਂ ਨੇ ਉਹਦੇ ਲਈ ਸਾਡੇ ਕੋਲ ਰੋਡ ਮੈਪ ਵੀ ਹੈਗਾ, ਬਲੂਪ੍ਰਿੰਟ ਵੀ ਹੈਗਾ ਔਰ ਅਸੀਂ ਉਹ ਕੈਪੈਸਿਟੀ ਵੀ ਰੱਖਦੇ ਹੈਗੇ ਹਾਂ, ਕਿਉਂਕਿ ਸਾਡਾ ਜਿਹੜਾ ਬੈਕਗਰਾਊਂਡ ਹੈਗੀ, ਅਸੀਂ ਹਮੇਸ਼ਾ ਸਾਰੇ ਵਾਅਦੇ ਪੂਰੇ ਕੀਤੇ ਹੈ ਤੇ ਇਹ ਵੀ ਵਾਅਦੇ ਜਿਹੜੇ ਨੇ ਅਸੀਂ ਪੂਰੇ ਕਰਾਂਗੇ, ਜਿਹਦੇ ਵਿੱਚ ਅਸੀਂ ਰੋਜ਼ਗਾਰ ਦੇਣ ਦੀ ਗੱਲ ਕੀਤੀ ਹੈ, 5 ਲੱਖ ਅਸੀਂ ਜਿਹੜੇ ਕੱਚੇ ਮਕਾਨਾਂ ਨੂੰ ਪੱਕੇ ਕਰਨ ਦੀ ਗੱਲ ਕੀਤੀ ਹੈ, 5 ਲੱਖ ਜਿਹੜੇ ਬੇਘਰੇ ਨੇ ਉਹਨਾਂ ਨੂੰ ਘਰ ਦੇਣ ਦੀ ਗੱਲ ਕੀਤੀ। ਅਸੀਂ ਜਿਹੜੇ ਐਮਪਲੋਈਜ਼ ਨੇ ਉਹਨਾਂ ਨੂੰ ਦੁਬਾਰਾ ਜਿਹੜੀ ਪੈਨਸ਼ਨ ਬੰਦ ਕਰ ਦਿੱਤੀ ਗਈ ਹੈ, ਦੁਬਾਰਾ ਅਸੀਂ ਜਿਹੜੀ ਹੈਗੀ ਉਹਨੂੰ ਲਾਗੂ ਕਰਨ ਦੀ ਗੱਲ ਕੀਤੀ ਹੈ। ਅਸੀਂ ਜਿੱਥੇ ਵੀ ਕੋਈ ਸੜਕਾਂ ਦਾ ਹੋਰ ਕੰਮ ਰਹਿ ਗਿਆ ਹੈਗਾ ਉਹ ਵੀ ਗੱਲ ਕੀਤੀ ਹੈ, ਉਹੀ ਕਰਾਂਗੇ। ਅਸੀਂ ਪੰਜਾਬ ਦੇ ਅੰਦਰ ਜਿਹੜੀਆਂ ਚੀਜ਼ਾਂ ਮੌਜੂਦਾ ਸਰਕਾਰ ਨੇ ਆ ਕੇ ਬੰਦ ਕਰਤੀਆਂ ਸੀ, ਚਾਹੇ ਸੁਵਿਧਾ ਕੇਂਦਰ ਸੀਗੇ ਜਾਂ ਜਿਹੜੇ ਸਿੰਗਲ ਵਿੰਡੋ ਸਿਸਟਮ ਸੀਗਾ ਇੰਡਸਟਰੀਲਿਸਟ ਵਾਸਤੇ, ਉਹ ਅਸੀਂ ਦੁਬਾਰਾ ਤੋਂ ਸ਼ੁਰੂ ਕਰਾਂਗੇ, ਇਹ ਵੀ ਅਸੀਂ ਗੱਲ ਕੀਤੀ ਹੈ। ਔਰ ਇੰਡਸਟਰੀਲਿਸਟ ਵਾਸਤੇ ਜਿਹੜੀ ਬਿਜਲੀ ਜਿਹੜੀ ਸਰਪਲਸ ਅਸੀਂ ਛੱਡ ਕੇ ਗਏ ਸੀਗੇ ਔਰ ਅੱਜ ਇੰਡਸਟਰੀ ਬੰਦ ਹੋਣ ਦੇ ਕਗਾਰ 'ਤੇ ਨੇ, ਬਿਜਲੀ ਨਹੀਂ ਮਿਲ ਰਹੀ ਔਰ ਰੇਟ ਇੰਨੇ ਜ਼ਿਆਦਾ ਵਧਾ ਦਿੱਤੇ ਗਏ ਆ, ਉਹਦੇ ਵਾਸਤੇ ਵੀ ਅਸੀਂ ਸੋਲਰ ਸਿਸਟਮ ਜਿਹੜੇ ਹੈਗੇ ਆ ਉਹਨਾਂ ਨੂੰ ਐਸਟੈਬਲਿਸ਼ ਕਰਨ ਦੀ ਗੱਲ ਕੀਤੀ ਹੈ ਕਿ ਸਰਪਲਸ ਕਰਕੇ ਦੇਵਾਂਗੇ ਬਿਜਲੀ ਔਰ ਉਹਦੇ ਨਾਲ ਉਹਨਾਂ ਦਾ ਜਿਹੜਾ ਬਿਜਲੀ ਦਾ ਖਰਚਾ ਹੈਗਾ ਉਹਨੂੰ ਬਿਲਕੁਲ ਮਿਨੀਮਾਈਜ਼ ਕਰਕੇ ਅਸੀਂ 1 ਰੁਪਏ ਤੱਕ ਲੈ ਕੇ ਜਾਵਾਂਗੇ। ਜੀ ਥੈਂਕ ਯੂ ਸੋ ਮਚ ਹਰਜੀਤ ਜੀ। ਕੀ ਕਹਿਣਾ ਚਾਹੋਗੇ ਤੁਸੀਂ ਜਗਤਾਰ ਸਿੰਘ ਜੀ, ਇਹ ਜਿਹੜੀਆਂ ਗੱਲਾਂ ਇਹਨਾਂ ਨੇ ਕੀਤੀਆਂ ਨੇ, ਇਹਨਾਂ ਨੇ ਆਪ ਮੰਨਿਆ ਹੈ ਕਿ 5 ਵਾਰੀ ਜਦੋਂ ਸੀਐਮ ਰਹੇ ਨੇ ਬਾਦਲ ਸਾਹਿਬ ਤੇ ਇਹ ਡਿਵੈਲਪਮੈਂਟ ਉਦੋਂ ਹੋਈ ਹੈ, ਹੁਣ ਤੁਹਾਨੂੰ ਕੀ ਲੱਗਦਾ ਹੈ ਕਿ ਜਿਹੜੀਆਂ ਗੱਲਾਂ ਫਿਲਹਾਲ ਕਾਊਂਟ ਹੋਈਆਂ ਨੇ ਇਹ ਆਉਣ ਵਾਲੇ ਸਾਲਾਂ ਤੱਕ ਚੱਲਦੀਆਂ ਰਹਿਣਗੀਆਂ? ਖਾਸ ਤੌਰ ਤੇ ਗਲੀਆਂ ਨਾਲੀਆਂ ਦੇ ਮਸਲੇ ਤੋਂ ਅਸੀਂ ਕਦੋਂ ਨਿਕਲਾਂਗੇ? ਜੀ, ਸਭ ਤੋਂ ਵੱਡੀ ਤੁਸੀਂ ਜਿਹੜਾ ਮਸਲਾ ਇਹ ਹੈ ਕਿ ਅਸੀਂ ਹਾਲ ਤੱਕ ਆਜ਼ਾਦੀ ਦੇ 75 ਸਾਲ ਬਾਅਦ ਵੀ ਅਸੀਂ ਗਲੀਆਂ ਨਾਲੀਆਂ 'ਤੇ ਖੜ੍ਹੇ ਹਾਂ ਤੇ ਸੰਯੁਕਤ ਸਮਾਜ ਮੋਰਚੇ ਦਾ ਜਿਹੜਾ ਮੈਨੀਫੈਸਟੋ ਜੇ ਤੁਸੀਂ ਪੜ੍ਹੋਗੇ ਤਾਂ ਸੰਯੁਕਤ ਸਮਾਜ ਮੋਰਚਾ ਹੀ ਇੱਕ
ਐਸਾ ਇੱਕ ਪਾਰਟੀ ਹੈ ਜਿਹਦਾ ਜਿਹੜਾ ਮੈਨੀਫੈਸਟੋ ਆ ਉਹ ਬਿਲਕੁਲ ਸੰਵਿਧਾਨ ਦੇ ਦਾਇਰੇ ਅੰਦਰ ਰਹਿ ਕੇ ਬਣਾਇਆ ਗਿਆ। ਇਹ ਕਿਸੇ ਨੂੰ ਫ੍ਰੀ ਬੀਜ 1000 ਰੁਪਇਆ ਦੇ ਦਾਂਗੇ, 2000 ਰੁਪਇਆ ਦੇ ਦਾਂਗੇ, ਜਿਹੜਾ ਮਤਲਬ ਜਿਸ ਤਰ੍ਹਾਂ ਭਿਖਾਰੀਆਂ ਦੇ ਤਰ੍ਹਾਂ ਜਿਹੜਾ ਲੋਕਾਂ ਨੂੰ ਟਰੀਟ ਕੀਤਾ ਜਾਂਦਾ ਹੈ ਪਾਰਟੀਆਂ ਵੱਲੋਂ। ਤਾਂ ਅਸੀਂ ਇਹ ਚਾਹੁੰਦੇ ਹਾਂ ਕਿ ਜਿਹੜਾ ਪੰਜਾਬ ਨੂੰ ਪੈਰਾਂ ਸਿਰ ਕਰੀਏ, ਲੋਕਾਂ ਦੀ ਆਮਦਨ ਵਧੇ, ਉਹ ਆਪਣੇ ਜਿਹੜਾ ਜਿਵੇਂ ਕਿ ਪੰਜਾਬ ਖੇਤੀਬਾੜੀ ਸੂਬਾ 1985-86 ਤੱਕ ਪੰਜਾਬ ਦੀ ਜਿਹੜੀ ਆਰਥਿਕਤਾ ਉਹ ਬਹੁਤ ਗਰੋ ਕੀਤੀ ਸੀ, ਕਿਉਂਕਿ ਉਦੋਂ ਪੰਜਾਬ ਜਿਹੜਾ ਹੈਗਾ ਖੇਤੀਬਾੜੀ ਦਾ ਉਤਪਾਦਨ ਬਹੁਤ ਜ਼ਿਆਦਾ ਕਰ ਰਿਹਾ ਸੀ। 1991 ਤੋਂ ਬਾਅਦ ਫਿਰ ਕਿਉਂਕਿ ਇੰਡਸਟਰੀਅਲਾਈਜ਼ ਹੋਇਆ ਭਾਰਤ, ਤੇ ਲੋੜ ਇਹ ਸੀ ਕਿ ਪੰਜਾਬ ਦੀਆਂ ਜਿਹੜੀਆਂ ਨੀਤੀਆਂ ਨੂੰ ਉਸ ਤਰੀਕੇ ਨਾਲ ਬਦਲਿਆ ਜਾਂਦਾ ਤੇ ਖੇਤੀਬਾੜੀ ਤੇ ਆਧਾਰਿਤ ਜਿਹੜੀਆਂ ਇੰਡਸਟਰੀ ਲਾਈਆਂ ਜਾਂਦੀਆਂ, ਤਾਂ ਜੋ ਨਾ ਕਿਸਾਨਾਂ ਦੀ ਨਾ ਹੀ ਸਿਰਫ ਉਹਨਾਂ ਦੀ ਆਮਦਨ ਵੱਧਦੀ ਬਲਕਿ ਬਾਕੀ ਲੋਕਾਂ ਨੂੰ ਵੀ ਰੁਜ਼ਗਾਰ ਮਿਲਦਾ। ਜਿਸ ਤਰ੍ਹਾਂ ਅਕਾਲੀ ਦਲ ਦੇ ਬੁਲਾਰੇ ਇਹਨਾਂ ਨੇ ਗੱਲ ਕੀਤੀ ਹੈ, ਤਾਂ ਪਿਛਲੇ ਟਰਮ ਦੀ ਜੇ ਤੁਸੀਂ ਗੱਲ ਦੇਖੋ, ਬੀਬਾ ਹਰਸਿਮਰਤ ਕੌਰ ਬਾਦਲ ਜੀ ਫੂਡ ਬੇਸਡ ਇੰਡਸਟਰੀ ਦੇ ਮੰਤਰੀ ਰਹੇ ਨੇ, ਉਹਦੇ ਬਾਵਜੂਦ ਵੀ ਉਹਨਾਂ ਨੇ ਪੰਜਾਬ ਲਈ ਕੁਝ ਨਹੀਂ ਕੀਤਾ ਕਿ ਕਿਤੇ ਕੋਈ ਫੂਡ ਬੇਸਡ ਇੰਡਸਟਰੀ ਲਾਈ ਜਾਵੇ ਤੇ ਵਪਾਰ ਖੋਲ੍ਹਿਆ ਜਾਵੇ। ਸਾਡੀ ਕੋਸ਼ਿਸ਼ ਇਹ ਹੈ ਕਿ ਪੰਜਾਬ ਦੇ ਵਿੱਚ ਜਿਹੜਾ ਲੋਕਲ ਲੈਵਲ ਤੇ ਫੂਡ ਬੇਸਡ ਇੰਡਸਟਰੀ ਲੱਗੇ। ਦੂਸਰਾ, ਨੌਜਵਾਨਾਂ ਨੂੰ ਜਿਹੜਾ ਹੈਗਾ ਵੋਕੇਸ਼ਨਲ ਟ੍ਰੇਨਿੰਗ ਦਿੱਤੀ ਜਾਵੇ, ਤੇ ਜਿਸ ਤਰ੍ਹਾਂ ਖਾਸ ਤੌਰ ਤੇ ਜਿਹੜਾ ਐਗਰੀਕਲਚਰ ਯੂਨੀਵਰਸਿਟੀ ਆ ਜਾਂ ਫਿਰ ਐਨੀਮਲ ਹਸਬੈਂਡਰੀ ਯੂਨੀਵਰਸਿਟੀ ਆ, ਉੱਥੇ ਅਸੀਂ ਘੱਟੋ ਘੱਟ 35% ਜਿਹੜਾ ਪਿੰਡਾਂ ਦੇ ਬੱਚਿਆਂ ਨੂੰ ਰਿਜ਼ਰਵੇਸ਼ਨ ਦੇ ਕੇ ਉਹਨਾਂ ਨੂੰ ਦਾਖਲੇ ਦਵਾਈਏ, ਤਾਂ ਕਿ ਨਾ ਸਿਰਫ ਉਹ ਆਪਣਾ ਰੁਜ਼ਗਾਰ ਪੈਦਾ ਕਰ ਸਕਣ ਬਲਕਿ ਚੰਗੇ ਤਰੀਕੇ ਨਾਲ ਖੁਦ ਖੇਤੀ ਕਰਨ ਤੇ ਨਾਲ ਵੀ ਹੋਰ ਲੋਕਾਂ ਨੂੰ ਵੀ ਜਿਹੜਾ ਉਹ ਗਾਈਡ ਕਰਨ। ਉਸ ਤੋਂ ਵੱਡਾ, ਸਭ ਤੋਂ ਵੱਡਾ ਜਿਹੜਾ ਮੁੱਦਾ ਸਾਡਾ ਹੈ ਕਿ ਪੰਜਾਬ ਦਾ ਆਧਾਰ ਤਾਂ ਹੀ ਹੋ ਸਕਦਾ ਕਿ ਜੇ ਸਾਡਾ ਪਾਕਿਸਤਾਨ ਨਾਲ ਵਪਾਰ ਜਿਹੜਾ ਹੈਗਾ ਉਹ ਬਾਘਾ ਬਾਰਡਰ ਦੇ ਰਾਹੀਂ ਖੁੱਲੂਗਾ। ਪਾਕਿਸਤਾਨ ਨਾਲ ਵਪਾਰ ਚੱਲ ਰਿਹਾ ਧੜਾਧੜ, ਬੰਬੇ ਰਾਹੀਂ, ਗੁਜਰਾਤ ਰਾਹੀਂ, ਉੱਥੋਂ ਨਸ਼ਾ ਵੀ ਆ ਰਿਹਾ ਕੁਇੰਟਲਾਂ ਦੇ ਹਿਸਾਬ ਨਾਲ, ਪਰ ਪੰਜਾਬ ਦੇ ਰਾਹੀਂ ਕੋਈ ਪਾਰਟੀ ਗੱਲ ਨਹੀਂ ਕਰ ਰਹੀ ਕਿ ਪੰਜਾਬ ਦੇ ਰਾਹੀਂ ਵਪਾਰ ਖੋਲ੍ਹਿਆ ਜਾਵੇ, ਤਾਂ ਜੋ ਨਾ ਸਿਰਫ ਕਿਸਾਨਾਂ ਦਾ ਫਾਇਦਾ ਹੋਵੇ ਬਲਕਿ ਸਰਕਾਰ ਵੀ ਉਹਦੇ ਤੇ ਟੈਕਸ ਲਾ ਕੇ ਪੈਸਾ ਲੈ ਸਕੇ। ਹੁਣ ਅਸੀਂ ਸਬਸਿਡੀਆਂ ਸਰ ਇਹ ਤਾਂ ਖੈਰ ਵੱਡੇ ਲੈਵਲ ਦੀ ਗੱਲ ਹੋ ਜਾਂਦੀ ਹੈ, ਇਹਦੇ ਨਾਲ ਸੈਂਟਰਲ ਗਵਰਨਮੈਂਟ ਦੇ ਨਾਲ ਵੀ ਅਟੈਚਮੈਂਟ ਹੋਣ ਤੋਂ ਬਾਅਦ ਬਹੁਤ ਸਾਰੀਆਂ ਗੱਲਾਂ ਨਿਕਲਦੀਆਂ। ਫਿਲਹਾਲ ਆਪਾਂ ਗੱਲ ਕਰਦੇ ਹਾਂ ਪੰਜਾਬ ਦੇ ਮੁੱਦਿਆਂ ਦੀ। ਤੁਸੀਂ ਗੱਲ ਕੀਤੀ ਹੈ ਕਿ ਅਸੀਂ ਆਰਥਿਕਤਾ ਜਿਹੜੀ ਆ ਉਹਨੂੰ ਵਧਾਵਾਂਗੇ, ਪੰਜਾਬ ਦਾ ਜਿਹੜਾ ਡੈਟ ਵਾਲਾ ਭਾਰ ਆ ਉਹਨੂੰ ਘਟਾਵਾਂਗੇ। ਕੀ ਰੋਡ ਮੈਪ ਹੈ ਤੁਹਾਡਾ ਇਸ ਚੀਜ਼ ਦੇ ਲਈ? ਕਿਉਂਕਿ ਪੰਜਾਬ ਦੇ ਸਿਰ ਇੱਕ ਤਾਂ ਇਹ ਹੈਗਾ ਕਿ ਜਿਹੜਾ ਸਾਡਾ ਟ੍ਰੈਡੀਸ਼ਨਲ ਕ੍ਰੌਪ ਸਾਈਕਲ ਹੈਗਾ ਕਿ ਅਸੀਂ ਰਾਈਸ ਔਰ ਜਿਹੜੀ ਹੈਗੀ ਆ ਵੀਟ, ਇਸ ਸਾਈਕਲ ਦੇ ਵਿੱਚੋਂ ਸਾਡਾ ਕਿਸਾਨ ਨਹੀਂ ਨਿਕਲ ਰਿਹਾ। ਇਸ ਨੂੰ ਇਸ ਸਾਈਕਲ ਦੇ ਵਿੱਚ ਕੱਢਣ ਦੀ ਲੋੜ ਆ। ਉਹਦਾ ਕ੍ਰੌਪ ਡਾਈਵਰਸੀਫਿਕੇਸ਼ਨ ਲਈ ਉਹਦੇ ਲਈ ਜ਼ਰੂਰੀ ਹੈ, ਤੇ ਉਸ ਦੇ ਲਈ ਜਿਹੜਾ ਹੈਗਾ ਇਸ ਮਹਾਗਠਬੰਧਨ ਨੇ 5000 ਕਰੋੜ ਰੁਪਇਆ ਰੱਖਿਆ ਹੋਇਆ ਬਜਟ ਦੇ ਵਿੱਚ ਪ੍ਰੋਵੀਜ਼ਨਸ, ਤਾਂ ਕਿ ਫਾਰਮਰਸ ਨੂੰ ਅਸਿਸਟੈਂਸ ਦਿੱਤੀ ਜਾਵੇ। ਇੱਕ ਉਸ ਨੂੰ ਸਾਈਕੋਲੋਜੀਕਲ ਰਿਲੈਕਟੈਂਸ ਜਿਹੜੀ ਹੈਗੀ ਹੈ ਟ੍ਰੈਡੀਸ਼ਨਲ ਜਿਹੜਾ ਸਾਈਕਲ ਆ ਉਹਦੇ ਵਿੱਚੋਂ ਸੇਫ ਜਾਂ ਸਿਕਿਉਰਡ ਜਾਂ ਮਹਿਸੂਸ ਕਰਦਾ, ਲੇਕਿਨ ਵਾਟਰ ਲੈਵਲ ਇੰਨਾ ਡਿਪਲੀਟ ਹੋ ਗਿਆ ਔਰ ਪੈਸਟੀਸਾਈਡ ਇਤਨਾ ਜ਼ਿਆਦਾ ਪ੍ਰੋਨ ਹੋ ਗਿਆ, ਤੇ ਸਾਨੂੰ ਥੋੜੀ ਡਾਈਵਰਸੀਫਿਕੇਸ਼ਨ 'ਚ ਆਉਣਾ ਚਾਹੀਦਾ। ਉਹਦੀ ਪ੍ਰੋਕਿਉਰਮੈਂਟ ਐਜ਼ ਵੈਲ ਐਜ਼ ਉਸ ਨੂੰ ਅਸਿਸਟੈਂਸ ਦੇ ਕੇ ਔਰ ਉਹਨੂੰ ਸਾਈਕੋਲੋਜੀਕਲੀ ਇੰਸ਼ੋਰ ਕਰਕੇ, ਔਰ ਇਕੱਲੀ ਅਸੀਂ ਇਹ ਨਹੀਂ ਕਹਿੰਦੇ ਹਾਂ ਕਿ ਵੀਟ ਐਂਡ ਉਹਦੇ ਪੈਡੀ ਦੇ ਉੱਤੇ, ਬਲਕਿ ਜਿੰਨੀਆਂ ਵੈਜੀਟੇਬਲਸ ਨੇ, ਜਿੰਨੇ ਫਰੂਟਸ ਨੇ, ਜਿੰਨੇ ਆਇਲ ਸੀਡਸ ਨੇ, ਸਾਰਿਆਂ ਦੇ ਉੱਤੇ ਜਿਹੜੀ MSP ਜਿਹੜੀ ਆ ਇੰਸ਼ੋਰ ਕੀਤੀ ਜਾਏਗੀ ਔਰ ਪ੍ਰੋਕਿਉਰਮੈਂਟ ਵੀ ਇੰਸ਼ੋਰ ਕੀਤੀ ਜਾਏਗੀ। ਸਾਹਿਬ ਹੀ ਹੁਣ ਤੱਕ ਪੰਜਾਬ ਦੇ ਵਿੱਚ ਸਾਡੇ ਰਹੇ ਨੇ CM, ਹੈ ਨਾ, ਤੇ ਇਹ ਚੀਜ਼ਾਂ ਹਲੇ ਤੱਕ ਕਿਉਂ ਨਹੀਂ ਹੋਈਆਂ? ਹਜੇ ਤੱਕ ਅਸੀਂ ਇਹ ਕਿਸਾਨੀ ਦਾ ਭਾਰ ਘਟਾਉਣ ਦਾ ਜਿਹੜਾ ਹੈਗਾ ਆ ਉਸੇ ਤੇ ਹੀ ਕਿਉਂ ਅੜੇ ਪਏ? ਕਿਉਂਕਿ ਕਿੰਨੇ ਸਾਲਾਂ ਤੋਂ ਪੰਜਾਬ ਦੇ ਵਿੱਚ ਜਾਂ ਤਾਂ ਕਾਂਗਰਸ ਸੀ ਤੇ ਜਾਂ ਸ਼੍ਰੋਮਣੀ ਅਕਾਲੀ ਦਲ ਸੀ, ਦੋ ਹੀ ਪਾਰਟੀਆਂ ਸੀਗੀਆਂ ਜਿਹੜੀਆਂ ਰੂਲ ਕਰ ਰਹੀਆਂ ਸੀ, ਪਰ ਗੱਲਾਂ ਜਿਹੜੀਆਂ ਨੇ ਹਾਲੇ ਵੀ ਉੱਥੇ ਹੀ ਖੜੀਆਂ ਨੇ ਜਿੱਥੇ ਅੱਜ ਤੋਂ 15 ਸਾਲ 20 ਸਾਲ ਪਹਿਲਾਂ ਖੜੀਆਂ ਸੀ। ਉਹ ਬੈਰੀਅਰ ਜਿਹੜਾ ਹੈਗਾ ਨਾ ਜੀ, ਦੇਖੋ ਸਾਈਕੋਲੋਜੀਕਲ ਬੈਰੀਅਰ ਆ। ਇੱਕ ਬੱਚਾ ਜਿਹੜਾ ਹੈ, ਜਿਹੜਾ ਉਹਦਾ ਪੇਰੈਂਟਸ ਜਿਹੜਾ ਜੇ ਕੱਪੜੇ ਦਾ ਕੰਮ ਕਰਦਾ, ਉਹਦਾ ਬੱਚਾ ਉਹਦੇ ਵਿੱਚ ਸਿਕਿਉਰਡ ਮਹਿਸੂਸ ਕਰਦਾ। ਉਸ ਤੋਂ ਬਾਅਦ ਤੀਜੀ ਜਨਰੇਸ਼ਨ, ਚੌਥੀ ਜਨਰੇਸ਼ਨ ਵੀ ਉਹਦੇ ਵਿੱਚ ਚੱਲਦੀ ਹੈ। ਸਾਡਾ ਜਿਹੜਾ ਫਾਰਮਰ ਆ, ਉਹ ਜਿਹੜਾ ਟ੍ਰੈਡੀਸ਼ਨਲ ਕ੍ਰੌਪ ਸਾਈਕਲ ਆ ਸਾਡਾ, ਉਹਦੇ ਵਿੱਚ ਸਾਈਕੋਲੋਜੀਕਲੀ ਬੜਾ ਸੇਫ ਮਹਿਸੂਸ ਕਰ ਰਿਹਾ, ਸਿਕਿਉਰ ਮਹਿਸੂਸ ਕਰ ਰਿਹਾ। ਇਸ ਕਰਕੇ ਉਹ ਕਿਸੇ ਨਵੇਂ ਉਸ ਦੇ ਵਿੱਚ ਪੈਣ ਦੇ ਲਈ ਥੋੜਾ ਰਿਲੈਕਟੈਂਟ ਆ ਜੀ। ਪਰ ਇਹ ਸਵਾਲ ਮੇਰਾ ਤੁਹਾਡੀ ਪਾਰਟੀ ਦੇ ਲਈ ਸੀਗਾ ਕਿ ਕੈਪਟਨ ਸਾਹਿਬ ਸੀਗੇ, ਹੁਣ ਵੀ CM ਕੈਪਟਨ ਸਾਹਿਬ ਰਹੇ ਨੇ 4.5 ਸਾਲ, ਉਹਦੇ ਵਿੱਚ ਕੀ ਕੁਝ ਕੀਤਾ ਗਿਆ? ਉਹ ਸਾਰੀਆਂ ਚੀਜ਼ਾਂ ਤੇ ਉਵੇਂ ਦੀਆਂ ਉਵੇਂ ਹੀ ਨਹੀਂ ਨਾ। ਉਹ ਮੈਂ ਤੁਹਾਨੂੰ ਦੱਸਦਾ ਜੀ ਕਿ ਅਸੀਂ ਜਿਹੜਾ ਹੈਗਾ 5000 ਜਿਹੜਾ ਕਰੋੜ ਰੁਪਈਆ ਫਾਰਮਰਸ ਦਾ, ਜਿਹੜੇ 5 ਏਕੜ ਤੱਕ ਦੇ ਸੀ ਤੇ 2 ਲੱਖ ਰੁਪਏ ਦਾ ਲੋਨ ਸੀ, ਉਹ ਸਾਰਾ ਉਹਨਾਂ ਦਾ ਮਾਫ ਕੀਤਾ, ਬੇਵਫ। ਉਹਦੇ ਵਿੱਚ 6.25 ਲੱਖ ਜਿਹੜੇ ਫਾਰਮਰ ਉਹਦੇ ਵਿੱਚ ਕਵਰ ਹੁੰਦੇ ਆ। ਹੁਣ ਜਿਹੜੇ ਬਾਕੀ ਬਚ ਗਏ ਸਾਰੇ ਫਾਰਮਰਸ ਅਪ ਟੂ 5 ਏਕੜ 2 ਲੱਖ ਤੱਕ ਦਾ ਸਾਰਾ ਲੋਨ ਜਿਹੜਾ ਹੈਗਾ ਉਸ ਨੂੰ ਵੇਵ ਕਰਨ ਦੀ ਵਿਵਸਥਾ ਹੈਗੀ ਆ। ਔਰ ਇਹਨਾਂ ਦਾ ਜਿਹੜਾ ਹੈਗਾ ਟ੍ਰੇਡ ਜਿਹੜਾ ਹੈ, ਇਸ ਨੂੰ ਹੋਰ ਜਿਹੜੇ ਸਾਡੇ ਫੂਡ ਪ੍ਰੋਡਕਟਸ ਨੇ, ਅਸੀਂ ਹਰ ਜਿਹੜਾ ਹੈ ਡਿਸਟ੍ਰਿਕਟ ਦੇ ਵਿੱਚ ਇੱਕ ਜਿਹੜਾ ਫੂਡ ਪਾਰਕ ਜਿਹੜਾ ਹੈ, ਮੈਗਾ ਫੂਡ ਪਾਰਕ, ਉਸ ਨੂੰ ਲੈ ਕੇ ਆਉਣ ਦੇ ਲਈ ਕੀ ਹੋਏਗਾ
ਕਿ ਜਿਹੜਾ ਮੈਗਾ ਜਿਹੜਾ ਫੂਡ ਨੌਜਵਾਨ ਪਾਰਕ ਆ ਤੇ ਜਿਹੜੇ ਨਾ ਸਰ ਆਲਰੇਡੀ ਸੈਂਟਰ ਵੱਲੋਂ ਅਪਰੂਵ ਸੀਗੇ, 3 ਜਿਹੜੇ ਸੀਗੇ ਔਰ ਇੱਕ ਜਿਹੜਾ ਆਲਰੇਡੀ ਚੱਲ ਰਿਹਾ ਸੀ, ਸਿਰਫ ਉਹੀ ਵਰਕਿੰਗ ਹੈ, ਦੂਜੇ 2 ਦਾ ਕੀ ਬਣਿਆ ਉਹਦੇ ਬਾਰੇ ਕੋਈ ਗੱਲ ਅਸੀਂ ਨਹੀਂ ਹਰ ਹੋਈ। district ਸਰ ਚ ਲੈ ਕੇ ਹਰਜੀਤ ਜੀ, ਆਉਣਾ ਤੁਹਾਡੇ next ਤੋਂ ਵੀ 5 ਮੇਰਾ ਇਹ years। ਸਵਾਲ ਹੈ ਕਿ ਕੀ ਸਿਰਫ ਐਗਰੀਕਲਚਰ ਨੂੰ ਇਸ ਸਾਈਕਲ ਦੇ ਵਿੱਚੋਂ ਕੱਢ ਕੇ ਪੰਜਾਬ ਦਾ ਜਿਹੜਾ ਕਰਜ਼ਾ ਉਤਾਰਿਆ ਜਾ ਸਕਦਾ ਹੈ? ਨਹੀਂ, ਐਸਾ ਨਹੀਂ ਹੈਗਾ ਕਿ ਇਕੱਲਾ ਅਸੀਂ ਐਗਰੀਕਲਚਰ ਤੋਂ ਹੀ ਕਰਜ਼ਾ ਉਤਾਰ ਸਕਾਂਗੇ। ਜਿੰਨਾ ਕਿਸਾਨ ਆਪਣੀ ਮਦਦ ਕਰ ਸਕਦੇ ਹੈ, ਉਹਨਾਂ ਪੂਰੇ ਹਿੰਦੁਸਤਾਨ ਦੀ ਮਦਦ ਕੀਤੀ ਹੈ। ਜਦੋਂ ਕੰਮ ਆ ਰਿਹਾ ਸੀ ਹਿੰਦੁਸਤਾਨ, ਉਦੋਂ ਉਹਨਾਂ ਨੇ ਗ੍ਰੀਨ ਰੈਵੋਲੂਸ਼ਨ ਲਿਆ ਕੇ ਪੰਜਾਬ ਦੇ ਲੋਕਾਂ ਨੇ, ਇਹਨਾਂ ਦੇ ਕਿਸਾਨਾਂ ਨੇ ਸਾਰੇ ਹਿੰਦੁਸਤਾਨ ਨੂੰ ਰਜ਼ਾਇਆ। ਲੇਕਿਨ ਅੱਜ ਲੋੜ ਹੈਗੀ ਹੈ ਜਿਹੜੀ ਸੈਂਟਰ ਗਵਰਨਮੈਂਟ ਹੈ ਉਹਨੂੰ ਵੀ ਬਾਂਹ ਫੜਨ ਦੀ ਕਿਸਾਨਾਂ ਦੀ। ਲੇਕਿਨ ਉਹ ਬਾਂਹ ਫੜਨ ਦੀ ਬਜਾਏ ਉਹਨਾਂ ਨੂੰ ਅੱਤਵਾਦੀ, ਵੱਖਵਾਦੀ, ਪਤਾ ਨਹੀਂ ਕੀ ਕੁਝ ਕਹਿ ਕੇ ਔਰ 1 ਸਾਲ ਤੱਕ ਬਾਰਡਰ ਤੇ ਬਿਠਾਈ ਰੱਖਿਆ ਔਰ ਲਾਰੇ ਲਾ ਕੇ ਉੱਥੋਂ ਦੀ ਉਠਾ ਦਿੱਤਾ ਗਿਆ। ਲਾਰੇ ਲਾ ਕੇ ਉਠਾਉਣ ਤੋਂ ਬਾਅਦ ਦੇ ਵਿੱਚ ਕੋਈ ਸੁਣਵਾਈ ਨਹੀਂ ਹੋ ਰਹੀ ਹੁਣ। ਔਰ ਜਿਹੜੇ ਲੋਕ ਉੱਥੇ ਬਾਰਡਰ ਤੇ ਬੈਠੇ ਸੀਗੇ ਉਹ ਵੀ ਹੁਣ ਰਾਜਨੀਤਿਕ ਉਹਦੇ ਵਿੱਚ ਆ ਗਏ ਤੇ ਹੁਣ ਕੌਣ ਬਾਂਹ ਫੜੇਗਾ ਕਿਸਾਨਾਂ ਦੀ, ਇਹ ਤੇ ਆਉਣ ਵਾਲਾ ਸਮਾਂ ਦੱਸੇਗਾ। ਔਰ ਜਿੱਥੇ ਤੱਕ ਸਵਾਲ ਹੈਗਾ ਕਾਂਗਰਸ ਦੇ ਜਿਹੜੀ ਪਾਰਟੀ ਬਣੀ ਹੈਗੀ ਹੈ ਨਵੀਂ, ਕੈਪਟਨ ਸਾਹਿਬ ਦੀ, ਕੈਪਟਨ ਸਾਹਿਬ ਪੌਣੇ 5 ਸਾਲ ਤੱਕ ਤੇ ਕੁਝ ਕੀਤਾ ਨਹੀਂ ਉਹਨਾਂ ਨੇ। ਜਿਹੜੀਆਂ ਝੂਠੀਆਂ ਸੌਹਾਂ ਖਾਧੀਆਂ ਸੀਗੀਆਂ ਗੁਟਕਾ ਸਾਹਿਬ ਦੀਆਂ ਉਹ ਛੱਡਤੀਆਂ ਔਰ ਅੱਜ ਕਾਂਗਰਸ ਇਹਨਾਂ ਨੂੰ ਨਕਾਰਤਾ। ਔਰ ਨਕਾਰੇ ਹੋਏ ਬੰਦੇ ਨੂੰ ਜਿਹੜਾ ਹੈਗਾ ਅੱਗੇ ਬੀਜੇਪੀ ਨੇ ਫੜ ਲਿਆ, ਬਾਂਹ ਫੜ ਲਈ ਉਹਨਾਂ ਦੀ। ਔਰ ਬੀਜੇਪੀ ਜਿਹੜੀ ਹੈਗੀ ਹੈ, ਅਗਰ ਮੈਂ ਦੋਨੋਂ ਦੇਖਾਂ ਧਿਰਾਂ, ਤੇ ਕਿਤੇ ਨਾ ਕਿਤੇ ਕਿਸਾਨਾਂ ਦੇ ਵਿਰੋਧੀ ਹੋ ਰਹੇ ਨੇ। ਜਾਂ ਤੇ ਕਿਸਾਨਾਂ ਦੇ ਬੱਚਿਆਂ ਨੂੰ ਕੈਪਟਨ ਸਾਹਿਬ ਨੌਕਰੀਆਂ ਦਿੰਦੇ, ਜਿਸ ਤਰ੍ਹਾਂ ਅਸੀਂ ਉਹਨਾਂ ਲਈ ਰੋਜ਼ਗਾਰ ਪੈਦਾ ਕੀਤਾ ਸੀਗਾ, ਸੁਵਿਧਾ ਕੇਂਦਰ ਖੋਲੇ ਸੀਗੇ, ਉਹਨਾਂ ਨੂੰ ਰੋਜ਼ਗਾਰ ਦੇਣ ਦੀ ਕੋਸ਼ਿਸ਼ ਕੀਤੀ ਅਸੀਂ। ਪਰ ਸਵਾਲ ਇਸ ਵਕਤ ਦਾ ਇਹ ਸਵਾਲ ਹੈ ਨਾ ਕਿ ਜਿਹੜਾ ਕਰਜ਼ੇ ਦੀ ਤੁਸੀਂ ਗੱਲ ਕਰਦੇ ਹੋ ਵੀ ਅਸੀਂ ਜਿਹੜਾ ਇਨਫਰਾਸਟ੍ਰਕਚਰ ਆ ਉਹਨੂੰ ਵਧਾਵਾਂਗੇ, ਅਸੀਂ ਕਰਜ਼ਾ ਮੁਕਤ ਪੰਜਾਬ ਦੇਵਾਂਗੇ ਲੋਕਾਂ ਨੂੰ, ਕਿਵੇਂ ਦੇਵੋਗੇ? ਮੇਰਾ ਸਵਾਲ ਹੈ ਮੈਂ ਉਸੇ ਤੇ ਆ ਰਿਹਾ ਸੀਗਾ ਜੀ। ਦੇਖੋ, ਪਹਿਲਾਂ ਵੀ ਅਸੀਂ ਜਦੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੋਣੀ ਸੀਗੇ, ਜਿਹੜਾ ਇਹ ਕਰਜ਼ਾ ਚੜਿਆ, ਇਹ ਕਰਜ਼ਾ ਜਿਹੜੇ ਕਾਲਾ ਦੌਰ ਸੀਗਾ ਉਹਦਾ ਕਰਕੇ ਚੜ੍ਹਨਾ ਸ਼ੁਰੂ ਹੋਇਆ ਸੀਗਾ। ਔਰ ਉਹ 'ਚੋਂ ਅਸੀਂ 72,000 ਕਰੋੜ ਰੁਪਇਆ ਆਏ ਕਿ ਗੁਜਰਾਲ ਪ੍ਰਾਈਮ ਮਿਨਿਸਟਰ ਸੀਗੇ, ਉਹਨਾਂ ਦੀ ਹੈਲਪ ਦੇ ਨਾਲ ਜਿਹੜਾ ਇੱਥੋਂ ਮਾਫ ਹੀ ਕਰਵਾਇਆ। ਜਿਹੜਾ ਕਿ ਕਾਂਗਰਸ, ਮਨਮੋਹਨ ਸਿੰਘ ਨੇ 10 ਸਾਲ ਪ੍ਰਧਾਨ ਮੰਤਰੀ ਰਹੇ ਨੇ, ਉਸ ਤੋਂ ਪਹਿਲਾਂ ਨਰਸਿਮਹਾ ਰਾਓ ਵੀ ਰਹੇ ਨੇ, ਬਾਕੀ ਵੀ ਰਹੇ ਨੇ, ਲੇਕਿਨ 1 ਰੁਪਈਆ ਇਹਨਾਂ ਨੇ ਮਾਫ ਨਹੀਂ ਕਰਾਇਆ ਕਿਉਂਕਿ ਚੜਿਆ ਇਹਨਾਂ ਦਾ ਕਰਕੇ ਹੈ। ਕਾਂਗਰਸ ਦੀਆਂ ਹੀ ਜਿਹੜੀਆਂ ਗਲਤ ਨੀਤੀਆਂ ਸੀ ਉਹਦਾ ਕਰਕੇ ਪੰਜਾਬ ਤੇ ਕਰਜ਼ਾ ਚੜਿਆ ਸੀਗਾ, ਲੇਕਿਨ 1 ਰੁਪਈਆ ਇਹਨਾਂ ਨੇ ਮਾਫ ਨਹੀਂ ਕਰਾਇਆ। ਔਰ ਹੁਣ ਵੀ ਜਿਹੜਾ 5 ਸਾਲ ਨੇ, ਇਸ 5 ਸਾਲ ਦੇ ਵਿੱਚ 1.25 ਲੱਖ ਕਰੋੜ ਰੁਪਏ ਇਹਨਾਂ ਨੇ ਕਰਜ਼ਾ ਪੰਜਾਬ ਤੇ ਚੜਾਇਆ। ਲੇਕਿਨ ਕਿਤੇ ਡਿਵੈਲਪਮੈਂਟ ਕਿਤੇ ਨਜ਼ਰ ਨਹੀਂ ਆਉਂਦੀ। ਕਿਤੇ ਕੋਈ ਨਵੀਂ ਸੜਕ ਬਣੀ ਹੋਵੇ, ਕੋਈ ਪੁਲ ਬਣਿਆ ਹੋਵੇ, ਕੋਈ ਨਵੀਂ ਰੇਲਵੇ ਲਾਈਨ ਵਿਛਵਾਈ ਹੋਈ ਇਹਨਾਂ ਨੇ, ਜਾਂ ਕੋਈ ਨਵਾਂ ਕੋਈ ਕੰਪਲੈਕਸ ਬਣਾਇਆ ਹੋਵੇ, ਜਾਂ ਬੱਚਿਆਂ ਵਾਸਤੇ ਕੀਤਾ ਹੋਵੇ, ਕਿਸਾਨਾਂ ਵਾਸਤੇ ਕੀਤਾ ਹੈ, EMPLOYEES ਵਾਸਤੇ ਕੁਝ ਕੀਤਾ ਹੋਵੇ, ਡਿਵੈਲਪਮੈਂਟ ਕੋਈ ਨਜ਼ਰ ਨਹੀਂ ਆਉਂਦੀ ਕਿਤੇ ਵੀ। ਲੇਕਿਨ ਸਾਡੇ ਕਿਤੇ ਹੋਏ ਕੰਮ ਨਜ਼ਰ ਆਉਂਦੇ ਆ। ਮੇਰੇ ਨਾਲ ਕਿਸਾਨ ਮੋਰਚੇ ਤੋਂ ਬੈਠੇ ਨੇ ਔਰ ਇਹ ਇਲੈਕਸ਼ਨ ਵੀ ਲੜ ਰਹੇ ਨੇ। ਇਹ ਕਹਿੰਦੇ ਵੀ ਅਸੀਂ ਕਿਤੇ ਵੀ ਜਿਹੜਾ ਹੈਗਾ ਫ੍ਰੀ ਜਿਹੜਾ ਸਿਸਟਮ ਹੈ ਉਹਨੂੰ ਲੈ ਕੇ ਆ ਰਹੇ। ਲੇਕਿਨ ਅੱਜ 13,000 ਕਰੋੜ ਦੀ ਹਰ ਸਾਲ ਦੀ ਸਾਲਾਨਾ ਬਿਜਲੀ ਜਿਹੜੀ ਹੈ ਉਹਨਾਂ ਦੀ ਮੋਟਰਾਂ ਫ੍ਰੀ ਚਲਾਉਂਦੇ ਨੇ। ਅੱਜ ਇਹ ਅਨਾਉਂਸ ਕਰਦੇ ਨੇ ਵੀ ਨਹੀਂ ਜੀ ਅਸੀਂ ਬਿਲਕੁਲ ਫ੍ਰੀ ਨਹੀਂ ਲਵਾਂਗੇ। ਔਰ ਜਦੋਂ ਕਰਜ਼ਾ ਮਾਫੀ ਦੀ ਗੱਲ ਹੋਈ ਸੀ, ਉਹ 'ਚ ਪੱਠਲ ਵਰਗੇ ਜਾਂ ਵੱਡੇ ਜਿਹੜੇ ਲੋਕ ਸੀਗੇ ਉਹਨਾਂ ਸਭ ਤੋਂ ਪਹਿਲਾਂ ਆਪਣੇ ਕਰਜ਼ੇ ਮਾਫ ਕਰਾਏ। ਉਹ 'ਚ ਮਨਪ੍ਰੀਤ ਬਾਦਲ ਵਰਗੇ ਵੀ ਇਨਵੋਲਵ ਸੀਗੇ ਔਰ ਉਹਨਾਂ ਦੇ ਅਗੇਂਸਟ ਕਿੰਨੇ ਕਰੋੜ ਦੇ ਲੱਖ ਦੇ ਜਿਹੜੇ ਹੈਗੇ ਅਜੇ ਵੀ ਬਿੱਲ ਪੈਂਡਿੰਗ ਪਏ ਹੋਏ ਆ। ਦੇਖੋ, ਗੱਲ ਇਹ ਹੈ ਕਿ ਤੁਸੀਂ ਆਪਣੇ ਲੋਕਾਂ ਨੂੰ ਤੇ ਕਰਜ਼ਾ ਮਾਫ ਕਰਾਤਾ, ਲੇਕਿਨ ਥੱਲੇ ਤੱਕ ਕਿੱਥੇ ਲੈ ਕੇ ਗਏ? ਔਰ ਅਸੀਂ ਤੇ ਅਕਾਲੀ ਦਲ ਤੇ ਆਲਰੇਡੀ 13,000 ਕਰੋੜ ਦੀ ਬਿਜਲੀ ਜਿਹੜੀ ਹੈ ਆਲਰੇਡੀ ਕਿਸਾਨਾਂ ਨੂੰ ਫ੍ਰੀ ਦੇ ਰਿਹਾ ਹੈਗਾ ਜੀ। ਔਰ ਜਿਹਦੇ ਵੀ ਮੈਂ ਕਹਿੰਦਾ ਵੀ ਇਹ ਅਨਾਉਂਸ ਕਰ ਦੇਣ ਆਪਣੇ ਮੈਨੀਫੈਸਟੋ ਕਹਿੰਦੇ ਜਿਹੜੀ ਬਿਜਲੀ ਫ੍ਰੀ ਮਿਲ ਰਹੀ ਉਹ ਵੀ ਨਹੀਂ ਲਵਾਂਗੇ ਅਸੀਂ ਜੀ। ਮੈਂ ਮੇਰੇ ਸਾਥੀ ਮੇਰੇ ਸਾਰੇ ਦੇ ਸਾਰੇ ਇਹਦੇ ਨਾਲ ਮੈਂ ਤੁਹਾਡਾ ਵੀ ਰੋਡ ਮੈਪ ਜਾਣਨਾ ਚਾਹੂੰਗੀ ਕਿ ਤੁਸੀਂ ਕਰਜ਼ਾ ਕਿਵੇਂ ਲਾਉਣਾ ਚਾਹੁੰਦੇ ਹੋ ਪੰਜਾਬ ਤੇ। ਮੈਂ ਮੇਰੇ ਜਿਹੜੇ ਸਾਰੇ ਜੋ ਮੈਂ ਬੋਲਿਆ ਮੇਰੇ ਸਾਥੀ ਉਹਨੂੰ ਗਲਤ ਲੈ ਗਏ ਨੇ। ਮੈਂ ਇਹ ਕਹਿ ਰਿਹਾ ਕਿ ਕਰਜ਼ਾ ਮਾਫੀ ਦੀ ਸਾਨੂੰ ਲੋੜ ਨਹੀਂ ਹੈ, ਸਾਡੀ ਆਮਦਨ ਵਧਾਈ ਜਾਵੇ। ਜਿਹੜੀ ਪਰ ਏਕੜ ਜਿਹੜੀ ਸਾਡੀ ਫਸਲ ਉਗਾਉਣ ਤੇ ਜਿਹੜੀ ਕਾਸਟ ਹੈ ਉਹ ਸਾਡੀ ਜਿਹੜੀ ਹੈ ਆਮਦਨ ਤੋਂ ਜ਼ਿਆਦਾ ਪੈ ਰਹੀ ਹੈ। ਈਵਨ ਕਿ ਦੁੱਧ ਵੀ ਜਿਹੜਾ ਹੈਗਾ ਕਿਸਾਨ ਪੈਦਾ ਕਰਦਾ ਉਹ ਪੱਲਿਓਂ ਪੈਸੇ ਪਾ ਕੇ ਜਿਹੜਾ ਉਹ ਕਰ ਰਿਹਾ। ਉਹਦਾ ਇੱਕੋ ਹੀ ਹੱਲ ਹੈ ਕਿ ਜੇ ਤੁਸੀਂ ਇੰਡਸਟਰੀ ਜਿਹੜੀ ਹੈਗੀ ਆ ਲਘੂ ਉਦਯੋਗ ਜਿਹੜੇ ਨੇ ਖੇਤੀਬਾੜੀ ਬੇਸਡ ਖੋਲੋਗੇ, ਉਹਦਾ ਹੱਲ ਤਾਂ ਹੀ ਹੋ ਸਕਦਾ, ਤਾਂ ਹੀ ਕਿਸਾਨ ਦੀ ਆਮਦਨ ਵੱਧ ਸਕਦੀ ਹੈ। ਜੇ ਕਿਸਾਨ ਦੀ ਆਮਦਨ ਹੋਗੀ ਤਾਂ ਜਿਹੜਾ ਕਿਸਾਨ ਨੂੰ ਬਿੱਲ ਦੇਣਾ ਕੋਈ ਦੁਖਦਾ ਨਹੀਂ ਆ। ਔਰ ਇਹਨਾਂ ਨੇ ਜਿੱਥੋਂ ਤੱਕ ਬਿਜਲੀ ਫ੍ਰੀ ਦੀ ਗੱਲ ਕਰੀ ਤੇ 4,000 ਯੂਨਿਟਾਂ ਮੰਤਰੀਆਂ ਦੀਆਂ ਆਪਣੀਆਂ ਫ੍ਰੀ ਨੇ, ਇਹਨਾਂ ਦੇ ਆਪਣੇ ਘਰਾਂ ਦੇ ਵਿੱਚ ਜਿਹੜਾ ਬਿਜਲੀ ਫ੍ਰੀ ਹੈ, ਪਰ ਇਹਨਾਂ ਦੀ ਕਿਸਾਨ ਦੀ ਇਹਨਾਂ ਨੂੰ ਦੁਖਦੀ ਹੈ। ਔਰ ਜਿੱਥੋਂ ਤੱਕ ਜੇ ਬਿਜਲੀ ਫ੍ਰੀ ਦੀ ਜਾਂ ਟੋਟਲ ਸਬਸਿਡੀ ਦੀ ਗੱਲ ਕਰੀ ਜਾਵੇ ਤਾਂ ਤੁਸੀਂ ਅਮਰੀਕਾ, ਯੂਰਪ ਵਰਗੇ ਦੇਸ਼ਾਂ 'ਚ ਦੇਖੋ। ਤੁਸੀਂ ਯੂਰਪ ਦੇ ਵਿੱਚ ਇੱਕ ਕਿਸਾਨ ਨੂੰ 4800 ਪਾਉਂਡ ਦੀ ਜਿਹੜੀ ਆਪਣਾ ਬਿਜਲੀ ਸਹਾਇਤਾ ਦਿੱਤੀ ਜਾਂਦੀ ਹੈ। ਔਰ USA ਦੇ ਵਿੱਚ $8400 ਦੀ ਸਹਾਇਤਾ ਦਿੱਤੀ ਜਾਂਦੀ ਹੈ। ਉਸ ਲੈਵਲ ਤੇ ਆ ਕੇ ਜੇ ਦੇਖੀਏ ਤਾਂ ਪੰਜਾਬ ਦਾ ਜਾਂ ਭਾਰਤ ਦਾ ਜਿਹੜਾ ਕਿਸਾਨ ਹੈ ਉਹਨੂੰ ਸਿਰਫ $250 ਦੀ ਸਬਸਿਡੀ ਮਿਲ ਰਹੀ ਹੈ। ਤੇ ਉਹਦੇ ਚੋਂ ਵੀ ਇਸ ਵਾਰ ਮੋਦੀ ਜੀ ਨੇ 35,000 ਕਰੋੜ ਰੁਪਏ ਤੱਕ ਖਾਦ ਦੀ ਜਿਹੜੀ ਸਬਸਿਡੀ ਉਹ ਚੋਂ ਕੱਟ ਲਿਆ। ਤੇ ਉਸ ਤੋਂ ਬਾਅਦ ਜਿਹੜਾ ਨਰੇਗਾ ਦੇ ਵਿੱਚ ਜਿਹੜਾ ਰੁਜ਼ਗਾਰ ਮਿਲਦਾ ਸੀ ਗਰੀਬਾਂ ਨੂੰ 2 ਸਾਲਾਂ ਦੇ ਵਿੱਚ 27,000 ਕਰੋੜ ਰੁਪਇਆ ਉਹ ਕੱਟ ਲਿਆ। ਤੇ ਇਸੇ ਤਰ੍ਹਾਂ ਜਿਹੜਾ PDS ਸਿਸਟਮ ਜਿਹਦੇ ਚ ਅਨਾਜ ਜਾਂ ਦਾਲਾਂ ਗਰੀਬਾਂ ਨੂੰ ਫ੍ਰੀ ਮਿਲਦੀਆਂ ਨੇ ਉਹਦੇ ਵਿੱਚ 20,000 ਕਰੋੜ ਰੁਪਇਆ ਉਹ ਕੱਟ ਲਿਆ। ਤੇ ਇਹ ਜਿਹੜਾ
ਕਰਜ਼ੇ ਮਾਫੀ ਦੀ ਗੱਲ ਕਰਦੇ ਨੇ, ਕਰਜ਼ਾ ਉਤਾਰਨਗੇ ਕਿਵੇਂ? ਹੋਰ ਕਰਜ਼ਾ ਲੈ ਕੇ ਮੈਂ ਉਤਾਰਨਗੇ? ਤਾਂ ਦੇਖੋ ਇਹ ਕਰਜ਼ਾ ਮਾਫ ਕਿਉਂ ਕਰਾਇਆ ਜਾਵੇ? ਅਸੀਂ ਕਰਜ਼ਾ ਉਤਾਰ ਨਹੀਂ ਸਕਦੇ ਜੇ ਅਸੀਂ ਕਰਜ਼ਾ ਲੈ ਸਕਦੇ ਹਾਂ ਅਸੀਂ ਆਪਣੀ ਡਿਵੈਲਪਮੈਂਟ ਦੇ ਲਈ। ਕਿਉਂਕਿ ਤੁਸੀਂ ਕਿਸਾਨ ਨੂੰ ਇੱਕ ਰਹਿਮੋ ਕਰਮ ਤੇ ਉਹਦੀ ਵੋਟ ਲੈਣ ਲਈ ਸਾਰੇ ਵਰਗਾਂ ਨੂੰ ਤੁਸੀਂ ਇੰਨਾ ਕੁ ਮਜਬੂਰ ਕਰਕੇ ਰੱਖਿਆ ਕਿ ਉਹਨੂੰ ਤੁਸੀਂ ਆਮਦਨ ਦੇ ਰਹੇ ਹੋ। ਅਕਾਲੀਆਂ ਦਾ ਦੇਖ ਲਓ ਕਿ ਜੀ 10 ਲੱਖ ਰੁਪਇਆ ਲੈ ਲਓ, ਆਈਲੈਟਸ ਕਰਕੇ ਤੇ ਬਾਹਰ ਜਾਓ। ਇਹ ਹੱਲ ਹੈ। ਜਿੰਨਾ ਸਾਡਾ ਯੂਥ ਹਰ ਸਾਲ ਨਵਾਂ ਯੂਥ 9.5 ਲੱਖ ਰਜਿਸਟ੍ਰੇਸ਼ਨ ਹੁੰਦੀ ਸੀ ਨਵੇਂ ਵੋਟਿੰਗ ਦੀ, ਇਸ ਸਾਲ ਸਿਰਫ 2.5 ਲੱਖ ਰਹਿ ਗਈ ਆ। ਇੰਨੀ ਮਾਈਗ੍ਰੇਸ਼ਨ ਜੇ ਕਿਸੇ ਯੂਰਪ ਵਰਗੇ ਦੇਸ਼ 'ਚ ਹੋਵੇ ਨਾ, ਐਮਰਜੈਂਸੀ ਲੱਗ ਜਾਵੇ ਉੱਥੇ, ਤੇ ਸਾਡੇ ਤਾਂ ਕਹਿ ਰਹੇ ਨੇ ਲਓ ਜੀ ਕਰਜ਼ਾ ਤੇ ਜਾਓ, ਗਲੋਂ ਲਹੋ ਸਾਡੇ, ਤਾਂ ਕਿ ਕੀ ਕਹਿਣਾ ਚਾਹੋਗੇ? ਮੈਂ ਗੱਲ ਕਹਿਣੀ ਚਾਹੂੰਗਾ ਜਿਹੜੀ ਇਹ ਗੱਲ ਕਹਿ ਰਹੇ ਨੇ ਕਿ ਜੀ ਨਵੇਂ ਰੁਜ਼ਗਾਰ ਲੈ ਕੇ ਆਉਣੇ। ਸਰਦਾਰ ਸੁਖਬੀਰ ਬਾਦਲ ਹੋਣਾ ਨੇ ਔਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੋਣਾ ਦਾ ਵਿਜ਼ਨ ਬੜਾ ਕਲੀਅਰ ਸੀ। ਉਹਨਾਂ ਨੇ ਟੂਰਿਜ਼ਮ ਡਿਪਾਰਟਮੈਂਟ ਜਿਹੜਾ ਡਿਵੈਲਪ ਕੀਤਾ, ਉਹਦੇ ਵਿੱਚ ਚਾਹੇ ਉਹ ਪਾਣੀ ਵਾਲੀ ਬੱਸ ਚਲਾਈ ਜਾਂ ਜਿਹੜੇ ਲੋਕ ਡੇਰਿਆਂ 'ਚ ਰਹਿੰਦੇ ਨੇ ਪਿੰਡਾਂ ਦੇ ਵਿੱਚ, ਜਿਨ੍ਹਾਂ ਦੇ ਫਾਰਮ ਹਾਊਸ ਨੇ, ਉਹਨਾਂ ਨੂੰ ਇੱਕ ਮੌਕਾ ਦਿੱਤਾ ਕਿ ਉਹਨਾਂ ਫਾਰਮ ਹਾਊਸ ਨੂੰ ਉਹ ਬੈੱਡ ਐਂਡ ਬ੍ਰੇਕਫਾਸਟ ਦੇ ਤੌਰ ਤੇ ਯੂਜ਼ ਕਰਨ, ਔਰ ਜਿਹੜੇ ਲੋਕ ਸ਼ਹਿਰਾਂ 'ਚ ਰਹਿੰਦੇ ਨੇ ਉਹ ਪਿੰਡਾਂ ਦਾ ਮਾਹੌਲ ਦੇਖਣ ਵਾਸਤੇ ਉੱਥੇ ਜਾਣ। ਅੱਜ ਲਗਭਗ ਕੋਈ 400 ਤੋਂ ਉੱਪਰ ਐਸੇ ਫਾਰਮ ਹਾਊਸ ਨੇ ਜਿਹੜੇ ਰਜਿਸਟਰਡ ਨੇ ਉਸ ਚੀਜ਼ ਵਾਸਤੇ, ਔਰ ਉੱਥੇ ਲੋਕ ਜਾ ਕੇ ਰਹਿੰਦੇ ਆ। ਉਹ ਇੱਕ ਰੋਜ਼ਗਾਰ ਦਾ ਸਾਧਨ ਬਣਿਆ ਉਹਨਾਂ ਦਾ ਕਿ ਉਹਨਾਂ ਦੇ ਘਰਾਂ ਦੇ ਵਿੱਚ ਜਾ ਕੇ ਲੋਕ ਰਹਿੰਦੇ ਨੇ, ਉੱਥੋਂ ਦੀ ਆਮਦਨ ਦਾ ਸਾਧਨ ਬਣ ਗਿਆ ਉਹਨਾਂ ਦਾ। ਲੇਕਿਨ ਇਹ ਸਰਕਾਰ ਨੇ ਆ ਕੇ ਉਹ ਵੀ ਬੰਦ ਕਰਤਾ। ਜਿਹੜਾ ਇਹਨਾਂ ਨੇ 10 ਲੱਖ ਦੀ ਗੱਲ ਕੀਤੀ ਅਸੀਂ ਸਟੂਡੈਂਟਸ ਨੂੰ ਦੇ ਰਹੇ ਹੈਗੇ ਬਾਹਰ ਜਾਣ ਲਈ, 18% ਰੇਟ ਆਫ ਇੰਟਰਸਟ ਹੈ ਜਿਹੜੇ ਬੈਂਕ ਨੇ ਉਹਨਾਂ ਦਾ। ਅਸੀਂ ਇਹਨਾਂ ਨੂੰ ਇੰਟਰਸਟ ਤੋਂ ਫ੍ਰੀ ਜਿਹੜਾ ਕਰਜ਼ਾ ਦੇ ਰਹੇ ਹਾਂ। ਅਦਰਵਾਈਜ਼ ਜਿਹੜਾ ਕਿਸਾਨ ਸੁਸਾਈਡ ਕਰ ਰਿਹਾ ਹੈ ਉਹ ਹੋਰ ਸੁਸਾਈਡ ਵਧੇਗੀ, ਕਿਉਂਕਿ ਉਹ ਕਰਜ਼ਾ ਲਾਉਣ ਵਾਸਤੇ ਪੈਸੇ ਨਹੀਂ ਹੈਗੇ, ਔਰ ਜਿਹੜਾ ਬੱਚਾ ਬਾਹਰ ਗਿਆ ਹੈਗਾ ਉੱਥੇ ਜਾ ਕੇ ਉਹ ਲੇਬਰ ਕਰਕੇ ਉਸ ਕਰਜ਼ੇ ਨੂੰ ਲਾਉਣ ਦੀ ਕੋਸ਼ਿਸ਼ ਕਰ ਰਿਹਾ। ਅਗਰ ਉਹਦਾ ਦਿਮਾਗ ਫ੍ਰੀ ਹੋਏਗਾ, ਜਾ ਕੇ ਆਪਣੀ ਸਟੱਡੀ ਕਰੇਗਾ, ਕੋਈ ਚੰਗੀ ਉਹ ਜੌਬ ਲਏਗਾ ਔਰ ਚੰਗਾ ਅੱਗੇ ਬਣ ਕੇ ਨਿਕਲੇਗਾ, ਔਰ ਇੱਥੇ ਵੀ ਜਿਹੜਾ ਹੈਗਾ ਆਪਣੀ ਹੈਲਪ ਕਰੇਗਾ ਆਰਥਿਕ ਤੌਰ ਤੇ ਆਪਣੇ ਮਾਂ ਪਿਓ ਦੀ। ਨਹੀਂ ਤਾਂ ਉਸ ਕਰਜ਼ੇ ਨੂੰ ਲਾਉਣ ਦੇ ਚੱਕਰ 'ਚ ਨਾ ਤਾਂ ਚੰਗੀ ਐਜੂਕੇਸ਼ਨ ਲੈ ਪਾ ਰਹੇ ਉੱਥੇ, ਔਰ ਲੇਬਰ ਕਲਾਸ ਬਣ ਕੇ ਉਹਨਾਂ ਸ਼ਹਿਰਾਂ ਜਿਹੜੇ ਕੰਟਰੀ ਉਹਨਾਂ 'ਚ ਰਹਿ ਰਿਹਾ ਹੈਗਾ, ਅਸੀਂ ਉਹਨੂੰ ਅਪਲਿਫਟ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਲੇਕਿਨ ਆਪਾਂ ਨੂੰ ਗਲਤ ਤਰੀਕੇ ਨਾਲ ਦੇਖੀਏ ਤਾਂ ਗਲਤ ਹੈ। ਸਿਰਫ ਆਪਾਂ ਐਗਰੀਕਲਚਰ ਦੀ ਗੱਲ ਹੀ ਕਰਦੇ, ਆਪਾਂ ਤਾਂ ਓਵਰਆਲ ਗੱਲ ਕਰਦੇ ਹਾਂ ਕਿ ਤੁਸੀਂ ਸ਼ੁਰੂ ਕੀਤਾ ਕਿ ਅਸੀਂ ਐਗਰੀਕਲਚਰ ਦੇ ਰਾਹੀਂ ਆਮਦਨ ਵਧਾਵਾਂਗੇ। ਹੋਰ ਤੁਹਾਡੇ ਕੋਲ ਕਿਹੜੇ ਜ਼ਰੀਏ ਨੇ ਪੰਜਾਬ ਦੀ ਆਮਦਨ ਵਧਾਉਣ ਦੇ? ਖਾਸ ਤੌਰ ਤੇ ਜੇ ਯੂਥ ਦੀ ਗੱਲ ਕੀਤੀ ਜਾਵੇ, ਉਹਨਾਂ ਲਈ ਤੁਸੀਂ ਕੀ ਖਾਸ ਕਰ ਰਹੇ ਹੋ? ਉਹਦੇ ਲਈ ਮੈਂ ਤੁਹਾਨੂੰ ਇਹ ਦੱਸ ਰਿਹਾ ਸੀ ਵੀ ਇੱਕ ਤਾਂ ਜਿਹੜੇ ਐਗਰੀਕਲਚਰ ਦੇ ਨਾਲ ਸਹਿਕਾਰੀ ਜਿਹੜੇ ਧੰਦੇ ਨੇ, ਜਿਵੇਂ ਡੇਅਰੀ ਹੈ, ਫਿਸ਼ਰੀ ਹੈ, ਪੋਲਟਰੀ ਹੈ, ਬੀ ਕੀਪਿੰਗ ਹੈ, ਇਹ ਸਾਰਿਆਂ ਦੇ ਉੱਤੇ ਜਿਹੜਾ ਹੈਗਾ ਟ੍ਰੇਨਿੰਗ ਐਜ਼ ਵੈਲ ਐਜ਼ ਲੋਨ ਜਿਹੜਾ ਹੈਗਾ ਅਸੀਂ ਰੂਰਲ ਯੂਥ ਨੂੰ ਦੇਵਾਂਗੇ। ਤੇ ਫਿਰ ਜਿਹੜੀ ਕਾਟੇਜ ਇੰਡਸਟਰੀ ਹੈ ਕਾਰਪੇਟ ਵੀਵਿੰਗ ਵਾਲੀ, ਉਸ ਨੂੰ ਅਸੀਂ ਗਰੋ ਕਰਵਾਵਾਂਗੇ। ਤੇ ਔਰ ਉਸ ਤੋਂ ਇਲਾਵਾ ਜਿਹੜਾ ਹੈਗਾ ਹਰ ਡਿਸਟ੍ਰਿਕਟ ਦੇ ਵਿੱਚ ਫੂਡ ਪਾਰਕ ਜਿਹੜਾ ਕਰਾਂਗੇ, ਉਹਦੇ ਵਿੱਚੋਂ ਇੰਪਲਾਇਮੈਂਟ ਵੀ ਨਿਕਲੇਗੀ, ਉਹਦੇ ਵਿੱਚੋਂ ਇਨਕਮ ਵੀ ਨਿਕਲੇਗੀ ਹਰ ਪ੍ਰਕਾਰ ਦੀ, ਔਰ ਸਾਡਾ ਯੂਥ ਇੱਥੇ ਅਬਜ਼ੌਰਬ ਵੀ ਹੋਏਗਾ। ਇੱਕ ਗੱਲ ਮੈਂ ਇਹ ਦੱਸਣੀ ਚਾਹੁੰਦਾ ਸੀ ਕਿ ਕੈਪਟਨ ਅਮਰਿੰਦਰ ਸਿੰਘ ਨੇ ਜਿਹੜੇ 4.5 ਸਾਲ ਇੱਥੇ ਰਾਜ ਕੀਤਾ ਜਾਂ ਗਵਰਨੈਂਸ ਦਿੱਤੀ ਆ, ਉਹਦੇ ਵਿੱਚ ਜਿਹੜੀ ਡਿਵੈਲਪਮੈਂਟ ਹੋਈ ਆ ਉਹ ਮੈਂ ਤੁਹਾਨੂੰ ਦੱਸਦਾ ਕੋਈ ਬੰਦਾ ਇਨਕਾਰ ਨਹੀਂ ਕਰ ਸਕਦਾ। ਮਹਾਰਾਜਾ ਭੁਪਿੰਦਰ ਸਿੰਘ ਸਪੋਰਟਸ ਯੂਨੀਵਰਸਿਟੀ ਪਟਿਆਲੇ ਦੇ ਵਿੱਚ ਐਸਟੈਬਲਿਸ਼ ਕੀਤੀ, ਨੋਬਡੀ ਕੈਨ ਡਿਨਾਈ। 550ਵੇਂ ਗੁਰਪੁਰਬ ਦੇ ਗੁਰੂ ਨਾਨਕ ਦੇਵ ਜੀ ਦੇ ਉੱਤੇ ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ ਬਣਾਈ, ਨੋਬਡੀ ਕੈਨ ਡਿਨਾਈ। ਔਰ ਜਿਹੜਾ ਹੈਗਾ ਨਵਾਂ ਸ਼ਹਿਰ ਦੇ ਵਿੱਚ ਇੱਕ ਗਵਰਨਮੈਂਟ ਦਾ ਐਗਰੀਕਲਚਰ ਕਾਲਜ ਜਿਹੜਾ ਉੱਥੇ ਐਸਟੈਬਲਿਸ਼ ਕੀਤਾ, ਉਹ ਉਹਨਾਂ ਨੇ ਕੀਤਾ। 18 ਗਵਰਨਮੈਂਟ ਕਾਲਜ ਪੰਜਾਬ ਦੇ ਵਿੱਚ ਉਹਨਾਂ ਨੇ ਦਿੱਤੇ। ਉਸ ਤੋਂ ਬਾਅਦ ਤਰਨਤਾਰਨ ਦੇ ਵਿੱਚ ਸ਼੍ਰੀ ਗੁਰੂ ਤੇਗ ਬਹਾਦਰ ਜੀ ਜਿਹੜੀ ਯੂਨੀਵਰਸਿਟੀ ਆਫ ਲਾਅ ਜਿਹੜੀ ਹੈਗੀ ਆ ਉੱਥੇ ਐਸਟੈਬਲਿਸ਼ ਕੀਤੀ। ਉਸ ਤੋਂ ਬਾਅਦ MIT ਯੂਨੀਵਰਸਿਟੀ, ਪ੍ਰਾਈਵੇਟ ਯੂਨੀਵਰਸਿਟੀਜ਼ ਕਿੰਨੀ, ਇਹ ਤਾਂ ਸਾਰਾ ਐਜੂਕੇਸ਼ਨ ਦਾ ਜਿਹੜਾ ਹੈ ਉਹਨਾਂ ਨੇ ਇੱਕ ਤਰੀਕੇ ਦਾ ਨੈਟਵਰਕ ਜਿਹੜਾ ਹੈਗਾ ਪੰਜਾਬ ਦੇ ਵਿੱਚ ਜਿਹੜਾ ਐਸਟੈਬਲਿਸ਼ ਕੀਤਾ। ਸਿਮਿਲਰਲੀ ਜਿਹੜੇ ਆਪਾਂ ਹੋਰਾਂ ਨੂੰ ਲਈਏ, ਇੰਪਲਾਇਮੈਂਟ ਦੇ ਐਂਗਲ ਤੋਂ ਲਈਏ, ਇੰਪਲਾਇਮੈਂਟ ਉਹਨਾਂ ਕਿਹਾ ਰੁਜ਼ਗਾਰ ਦੇਵਾਂਗੇ। ਰੁਜ਼ਗਾਰ ਇਜ਼ ਏ ਮਲਟੀ ਡਾਇਮੈਂਸ਼ਨਲ ਕਨਸੈਪਟ, ਜਿਸ ਦੇ ਵਿੱਚ ਕੀ ਹੈਗਾ ਕਿ ਨੌਕਰੀਆਂ ਵੀ ਆ, ਪ੍ਰਾਈਵੇਟ ਸੈਕਟਰ ਵੀ ਆ, ਗਵਰਨਮੈਂਟ ਸੈਕਟਰ ਵੀ ਆ, ਔਰ ਸੈਲਫ ਇੰਪਲਾਇਮੈਂਟ ਦੇ ਮੌਕੇ ਵੀ ਹੈ। ਉਸ ਦੇ ਵਿੱਚ 6 ਜਿਹੜੇ ਸੀਗੇ ਉਹ ਇੰਪਲਾਇਮੈਂਟ ਰੁਜ਼ਗਾਰ ਮੇਲੇ ਲਗਾਏ ਗਏ, ਜਿਨ੍ਹਾਂ ਵਿੱਚ ਲਗਭਗ 2 ਲੱਖ ਦੇ ਕਰੀਬ ਬੱਚਿਆਂ ਨੂੰ ਜਿਹੜਾ ਹੈ ਇਸ ਤਰ੍ਹਾਂ ਦੀਆਂ ਅਪਰਚੂਨਿਟੀਜ਼ ਦਿੱਤੀਆਂ ਗਈਆਂ। ਬਹੁਤ ਸਾਰੇ ਬੱਚੇ ਉਹਦੇ ਵਿੱਚ ਗਏ, ਪਰ ਉਹਦੇ ਵਿੱਚ ਸਰ 5-5 7-7 ਹਜ਼ਾਰ ਤੇ ਵੀ ਤੁਸੀਂ ਬੱਚਿਆਂ ਨੂੰ ਰਿਕਰੂਟ ਕੀਤਾ ਆ। ਉਹ ਗੱਲ ਜਿਹੜੀ ਕਿਤੇ ਵੀ ਅੰਡਰ ਐਜੂਕੇਸ਼ਨ ਵੀ ਜਿਹੜੇ ਬੱਚੇ ਇੰਪਲੋਇਡ ਹੋਏ ਨੇ ਉਹਨਾਂ ਦੇ ਲਈ ਕਿਤੇ ਨਾ ਕਿਤੇ ਬੜੀ ਵੱਡੀ ਨਮੋਸ਼ੀ ਰਹੀ ਆ। ਅਸੀਂ ਦੇਖਦੇ ਹਾਂ, ਬੈਂਕਿੰਗ ਇੰਡਸਟਰੀ ਸੀ, ਉਹਦੇ ਵਿੱਚ ਹੋਰ ਇਸ ਤਰ੍ਹਾਂ ਦੇ ਜਿਹੜੇ ਸੀ ਆਪਣੇ ਕੰਪਿਊਟਰ ਦੇ ਜਿਹੜੇ ਸੀ ਜਿਹੜੀਆਂ ਇੰਡਸਟਰੀਜ਼ ਆਈਆਂ ਹੋਈਆਂ ਸੀ। ਇਹ ਅੰਡਰ ਐਜੂਕੇਸ਼ਨ ਜਦੋਂ ਅਸੀਂ ਗੱਲ ਕਰਦੇ ਨਾ ਵੀ ਜਿਹੜੇ ਬੰਦੇ ਦੀ ਕੁਆਲੀਫਿਕੇਸ਼ਨ ਉਹ ਤੋਂ ਘੱਟ ਉਹਨੂੰ ਜਿਹੜੀ ਜੌਬ ਮਿਲੀ, ਉਹ ਤੋਂ ਘੱਟ ਰੁਜ਼ਗਾਰ ਦੇ ਕੇ, ਉਹ ਤੋਂ ਘੱਟ ਅਸੀਂ ਉਹਨੂੰ ਪੈਸਾ ਦੇ ਕੇ ਇੱਕ ਤਰ੍ਹਾਂ ਸਲੇਵ ਹੀ ਬਣਾ ਰਹੇ ਹਾਂ। ਸਰ ਤੁਸੀਂ ਖੇਤੀ ਤੋਂ ਇਲਾਵਾ ਤੁਹਾਡੀ ਪਾਰਟੀ ਦਾ ਹੋਰ ਕਿਹੜਾ ਅਹਿਮ ਮੁੱਦਾ ਹੈਗਾ ਆ ਇਲੈਕਸ਼ਨ ਦੇ ਲਈ? ਸਾਡਾ ਜਿਹੜਾ ਮੁੱਦਾ ਹੈ ਕਿ ਪੰਜਾਬ ਦੀ ਆਮਦਨ ਸਿਰਫ ਖੇਤੀਬਾੜੀ ਤੋਂ ਨਹੀਂ, ਜਿਹੜਾ ਪੰਜਾਬ ਦੇ ਕੋਲ ਇੱਕ ਕੁਦਰਤੀ ਜਿਹੜਾ ਸਰੋਤ ਹੈ, ਜਿਹੜੀਆਂ ਰੇਤ ਮਾਫੀਆ ਜਿਹੜਾ ਹੈਗਾ 40 ਕਰੋੜ ਰੁਪਇਆ ਸਾਲ ਦਾ ਜਿਹੜਾ ਦੇ ਰਹੇ ਨੇ। ਇੱਕ ਅਨਆਫੀਸ਼ੀਅਲ ਤੌਰ ਤੇ ਮੈਨੂੰ ਪਤਾ ਲੱਗਿਆ ਕਿਸੇ ਬੜੇ ਵੱਡੇ ਅਫਸਰ ਤੋਂ ਕਿ 2003 ਤੋਂ ਲੈ ਕੇ ਹੁਣ ਤੱਕ 2 ਲੱਖ ਕਰੋੜ ਰੁਪਇਆ ਇਹਨਾਂ ਨੇਤਾਵਾਂ ਦੀਆਂ ਜੇਬਾਂ 'ਚ ਜਾ ਚੁੱਕਿਆ।
ਮਾਈਨਿੰਗ ਤੋਂ ਤੇ ਜਿਹੜਾ ਪੰਜਾਬ ਦੇ ਖਾਤੇ 'ਚ ਆਇਆ ਉਹ ਸਿਰਫ 6000 ਕਰੋੜ ਰੁਪਇਆ ਆਇਆ। ਤਾਂ ਸਾਡਾ ਇਹ ਹੈ ਕਿ ਇੱਕ ਤਾਂ ਜਿਹੜਾ ਮਾਈਨਿੰਗ ਨੂੰ ਔਰ ਲੀਕਰ ਨੂੰ ਔਰ ਸਾਰੇ ਨੂੰ ਜਿਹੜਾ ਹੈਗਾ ਇਹਨੂੰ ਸਰਕਾਰੀ ਕਰਕੇ ਉਹਦੇ ਨਾਲ ਨੌਜਵਾਨਾਂ ਨੂੰ ਰੋਜ਼ਗਾਰ ਵੀ ਮਿਲੇਗਾ ਔਰ ਜਿਹੜਾ ਸਰਕਾਰ ਦੀ ਆਮਦਨ ਵੀ ਵਧੇਗੀ ਤਾਂ ਕਿ ਅਸੀਂ ਪੰਜਾਬ ਦਾ ਇਨਫਰਾਸਟ੍ਰਕਚਰ ਵੀ ਡਿਵੈਲਪ ਕਰ ਸਕਾਂਗੇ। ਤੇ ਦੂਸਰਾ ਅਸੀਂ ਜਿਹੜੀ ਸਕੂਲ ਲੈਵਲ ਤੋਂ ਵੋਕੇਸ਼ਨਲ ਟ੍ਰੇਨਿੰਗ ਜਿਹੜੀ ਸਭ ਤੋਂ ਵੱਡੀ ਘਾਟ ਆ, ਚੀਨ ਕਿਉਂ ਤਰੱਕੀ ਕਰ ਗਿਆ ਕਿਉਂਕਿ ਉਹ ਸਕੂਲ ਲੈਵਲ ਤੋਂ ਵੋਕੇਸ਼ਨਲ ਟ੍ਰੇਨਿੰਗ ਦਿੰਦੇ ਨੇ। ਸਾਡਾ ਇੱਥੇ ਬੀਟੈਕ ਕੀਤਾ ਹੋਇਆ ਬੱਚਾ ਵੀ ਉਹਨੂੰ ਤੇ ਤੁਸੀਂ ਕਹੋ ਵੀ ਇੱਕ ਕੰਪਿਊਟਰ ਖੋਲ ਕੇ ਦੁਆਰਾ ਬੰਨ੍ਹ ਦਿਓ ਤਾਂ ਨਹੀਂ ਬਣਿਆ ਜਾਏਗਾ, ਸਿਰਫ ਉਹ ਕਾਗਜ਼ਾਂ ਦੇ ਵਿੱਚ ਜਿਹੜੀ ਐਜੂਕੇਸ਼ਨ ਮਿਲ ਰਹੀ ਹੈ ਪਰ ਅਸਲੀਅਤ ਦੇ ਵਿੱਚ ਉਹਨੂੰ ਟ੍ਰੇਨਡ ਨਹੀਂ ਕੀਤਾ ਜਾ ਰਿਹਾ। ਜਿਸ ਤਰ੍ਹਾਂ ਕੈਪਟਨ ਸਾਹਿਬ ਨੇ ਜੋ ਵਾਅਦੇ ਕਰੇ ਸੀ ਤੇ ਉਹ ਤਾਂ ਸਭ ਨੂੰ ਪਤਾ ਹੈ ਕਿ ਵੀ ਕਿੰਨਾ ਨੇ ਰੁਜ਼ਗਾਰ ਦਿੱਤਾ ਹੈ। ਔਰ ਆਮ ਜਿਹੜਾ ਅਕਾਲੀ ਦਲ ਤੇ ਤਾਂ ਮੈਨੂੰ ਬਹੁਤ ਹੀ ਦੁੱਖ ਆਉਂਦਾ ਕਿ ਜਿਹੜਾ 10 ਲੱਖ ਉਹਨੂੰ ਹਾਲੇ ਵੀ ਜਸਟੀਫਾਈ ਕਰ ਰਹੇ ਨੇ। ਕੋਈ ਮਾਂ ਨੂੰ ਤੁਸੀਂ ਕਰੋੜ ਰੁਪਇਆ ਵੀ ਦੇ ਦਿਓ ਉਹ ਕਦੇ ਨਹੀਂ ਚਾਹੇਗੀ ਕਿ ਉਹਦਾ ਪੁੱਤ ਉੱਥੋਂ ਉਹਦੇ ਤੋਂ ਦੂਰ ਜਾਵੇ। ਉਹਨੂੰ ਰੁਜ਼ਗਾਰ ਤੁਸੀਂ ਇੱਥੇ ਦਿਓ, ਉਹ ਚਾਹੇ ਉਹਨੂੰ ਘੱਟ ਪੈਸੇ ਉਹਨੂੰ ਕਮਾਏ ਜਾਣ ਪਰ ਉਹ ਆਪਣੇ ਘਰ ਰਹੇਗਾ, ਆਪਣੇ ਮਾਂ-ਬਾਪ ਦੇ ਕੋਲ ਰਹੇਗਾ, ਉਹਨਾਂ ਦਾ ਖਿਆਲ ਰੱਖੇਗਾ। ਤਾਂ ਸਾਡੀ ਕੋਸ਼ਿਸ਼ ਹੈ ਕਿ ਜਿੰਨਾ ਵੀ ਰੁਜ਼ਗਾਰ ਇੱਥੇ ਪੈਦਾ ਕੀਤਾ ਜਾਵੇ, ਨੌਜਵਾਨਾਂ ਨੂੰ ਬਾਹਰ ਭੇਜਣ ਦੀ ਬਜਾਏ ਉਹਨਾਂ ਨੂੰ ਇੱਥੇ ਮੌਕੇ ਦਿੱਤੇ ਜਾਣ। ਜਿਹੜਾ 10 ਲੱਖ ਰੁਪਇਆ ਤੁਸੀਂ ਉਹਨੂੰ ਲੋਨ ਦੇ ਰਹੇ ਹੋ, ਉਹੀ 10 ਲੱਖ ਰੁਪਇਆ ਤੁਸੀਂ ਉਹਨੂੰ ਇੱਥੇ ਬਿਜ਼ਨਸ ਕਰਨ ਲਈ, ਉਹਨੂੰ ਕੋਈ ਛੋਟਾ ਉਦਯੋਗ ਸਥਾਪਿਤ ਕਰਨ ਲਈ ਤੁਸੀਂ ਲਾਓ। ਦੇਖੋ ਗੱਲ ਇਸ ਤਰ੍ਹਾਂ ਹੈਗੀ ਹੈ ਕਿ ਜਿਹੜੀ ਗੱਲ ਨੂੰ ਇਹ ਕਹਿਣਾ ਚਾਹੁੰਦੇ ਨੇ ਬਿਲਕੁਲ ਸਹੀ ਹੈ ਕਿ ਮਾਂ-ਬਾਪ ਕੋਈ ਨਹੀਂ ਚਾਹੁੰਦਾ ਉਹਨਾਂ ਦਾ ਬੱਚਾ ਕੋਈ ਦੂਰ ਜਾਵੇ, ਲੇਕਿਨ ਮਾਂ-ਬਾਪ ਇਹ ਵੀ ਚਾਹੁੰਦਾ ਕਿ ਉਹਨਾਂ ਦਾ ਬੱਚਾ ਖੁਸ਼ਹਾਲ ਹੋਵੇ ਜੀ। ਮੈਂ ਦੂਜੇ ਪਾਸੇ ਕਹਿੰਦਾ ਇਹਨਾਂ ਦੇ ਸਿਕਿਉਰ ਹੋਵੇ, ਨਸ਼ੇ ਸਿਕਿਉਰ ਹੋਏ, ਉਹਦਾ ਫਿਊਚਰ ਸਾਲ ਇਹ ਸਰਕਾਰ ਚ ਰਹੇ ਨੇ। ਇੱਕ ਮਿੰਟ ਮੈਨੂੰ ਗੱਲ ਕਰ ਲੈਣ ਦਿਓ, ਮੈਂ ਤੁਹਾਡੀ ਗੱਲ 'ਚ ਬੋਲਿਆ ਨਹੀਂ। ਮੈਂ ਤਾਂ ਇਹਨਾਂ ਨੂੰ ਇੱਕੋ ਗੱਲ ਕਹਿਣੀ ਚਾਹੂੰਗਾ, ਇਹਨਾਂ 70% ਜਿਹੜੇ ਲੀਡਰ ਨੇ ਇਸ ਟਾਈਮ ਕਿਸਾਨ ਲੀਡਰ ਨੇ, ਉਹਨਾਂ ਦੇ ਬੱਚੇ ਕਿੱਥੇ ਨੇ ਜੀ? ਤੇ ਉਹਨਾਂ ਦੇ ਬੱਚੇ ਕਿੰਨੇ ਕੁ ਪੰਜਾਬ 'ਚ ਨੇ ਜੀ? ਕੋਈ ਅਮਰੀਕਾ ਬੈਠਾ ਹੋਇਆ, ਕੋਈ ਕੈਨੇਡਾ ਬੈਠਾ ਹੋਇਆ, ਕੋਈ ਯੂਰਪ 'ਚ ਬੈਠਾ ਹੋਇਆ ਔਰ ਉੱਥੇ ਦੇ ਉਹ ਡਾਲਰ ਕਮਾ ਰਹੇ ਨੇ। ਉਹ ਕਮਾ ਸਕਦੇ ਤੇ ਇੱਕ ਆਮ ਪਰਿਵਾਰ ਜਿਹੜਾ ਹੈ, ਗਰੀਬ ਪਰਿਵਾਰ ਜਿਹਦਾ ਬੱਚਾ ਬਾਹਰ ਜਾ ਨਹੀਂ ਸਕਦਾ ਔਰ ਉਹਦੀ ਅਸੀਂ ਅਗਰ ਮਦਦ ਕਰ ਰਹੇ ਹਾਂ ਕਿਸੇ ਵੇ ਦੇ ਨਾਲ, ਪਰ ਪੰਜਾਬ ਦੇ ਵਿੱਚ ਅਸੀਂ ਰੋਜ਼ਗਾਰ ਕਿਉਂ ਨਹੀਂ ਦੇ ਰਹੇ? ਮੈਂ ਕੋਈ ਕਹਿ ਰਿਹਾ ਇਹ ਮਸਲਾ ਹੈ ਨਾ, ਸਾਡੇ ਕੋਲ ਇੰਡਸਟਰੀ ਨਹੀਂ ਹੈਗੀ, ਆਈਟੀ ਸੈਕਟਰ ਸਾਡਾ ਬਿਲਕੁਲ ਜ਼ੀਰੋ ਹੈ। ਕਿਉਂ ਜਾਏ ਬਾਹਰ ਬੱਚੇ? ਸਾਡੇ ਬੱਚੇ ਪੜ੍ਹ ਲਿਖ ਕੇ ਬਾਹਰ ਕਿਉਂ ਜਾਣ? ਅਸੀਂ ਆਈਟੀ ਸੈਕਟਰ ਇੱਥੇ ਲੈ ਕੇ ਆਂਦਾ ਜੀ, ਚਾਹੇ ਕੁਆਰਕ ਸਿਟੀ ਹੈਗਾ, ਚਾਹੇ ਡੈਲ ਲੈ ਕੇ ਆਂਦਾ, ਔਰ ਹੁਣ ਜਿਹੜਾ ਆਈਟੀ ਸਿਟੀ ਬਣ ਰਿਹਾ ਹੈਗਾ ਮੋਹਾਲੀ ਦੇ ਵਿੱਚ, ਉਹਦੇ ਵਿੱਚ ਇਨਫੋਸਿਸ ਵਗੈਰਾ ਜਿਹੜੀਆਂ ਇਹ ਕੰਪਨੀਆਂ ਲੈ ਕੇ ਆਉਂਦੀਆਂ। ਸਾਰਾ ਸੁਖਬੀਰ ਬਾਦਲ ਹੋਣਾ ਨੇ, ਸਾਰਾ ਪ੍ਰਕਾਸ਼ ਸਿੰਘ ਬਾਦਲ ਹੋਣਾ ਨੇ ਪਿਛਲੀ ਜਿਹੜੀ ਟਰਮ ਸੀ ਉਹਦੇ ਵਿੱਚ ਲੈ ਕੇ ਆਂਦਾ ਸਾਰਾ ਕੁਝ। ਲੇਕਿਨ ਮੈਂ ਉਸੇ ਗੱਲ ਤੇ ਆ ਰਿਹਾ ਕਿ ਜਿਹੜੀ ਨੈਕਸਟ ਗਵਰਨਮੈਂਟ ਆਈ, ਆਪਾਂ ਕਹਿਣ ਨੂੰ ਤਾਂ ਕਹਿੰਦੇ ਵੀ ਹਾਂ ਜੀ ਬਹੁਤ ਡਿਵੈਲਪਮੈਂਟ ਕੀਤੀ। ਮੈਨੂੰ ਤਾਂ ਲੱਗਦਾ ਇੱਕ ਫਾਰਮ ਤੋਂ ਸਿਵਾਏ ਕੋਈ ਡਿਵੈਲਪਮੈਂਟ ਨਹੀਂ ਹੋਈ ਪੰਜਾਬ ਦੇ ਵਿੱਚ। ਉਹ ਜ਼ਰੂਰ ਡਿਵੈਲਪ ਹੋ ਗਿਆ ਔਰ ਉੱਥੇ ਹੀ ਮੀਟਿੰਗਾਂ ਚੱਲਦੀਆਂ ਰਹੀਆਂ, ਉਸ ਤੋਂ ਬਾਅਦ ਕਿਤੇ ਕੋਈ ਮੀਟਿੰਗ ਨਹੀਂ ਹੋਈ ਔਰ ਕੋਈ ਕਿਸੇ ਪਾਸੇ ਕੋਈ ਪੈਸਾ ਨਹੀਂ ਲਾਇਆ ਗਿਆ। ਜਿਹੜੀਆਂ ਚੀਜ਼ਾਂ ਦਾ ਮੈਂ ਤੁਹਾਨੂੰ ਦੱਸਿਆ ਹੈਗਾ, ਵੇਰਵਾ ਦਿੱਤਾ ਹੈਗਾ, ਉਹ ਵੀ ਚੀਜ਼ਾਂ ਜਿਹੜੀਆਂ ਅਸੀਂ ਬੰਦ ਕਰਨ ਦੀ ਕੋਸ਼ਿਸ਼ ਕੀਤੀ। ਆਪਾਂ ਅੱਜ ਜਿਹੜੀ ਯਾਦਗਾਰਾਂ ਬਣਾਈਆਂ ਨੇ ਕਿਸੇ ਵੀ ਜਿਹੜੀਆਂ ਸਿੱਖਾਂ ਦੀਆਂ ਜਾਂ ਕਹਿ ਲਓ ਚਾਹੇ ਅਨੰਦਪੁਰ ਸਾਹਿਬ ਬਣਾਈ, ਉਹਦੇ ਵਾਸਤੇ ਇਹਨਾਂ ਦੇ ਇੱਕ ਮੰਤਰੀ ਦਾ ਬਿਆਨ ਹੈ ਵੀ ਉਹ ਚਿੱਟੇ ਹਾਥੀ ਨੇ ਜੀ। ਜਿੱਥੇ ਲੋਕਾਂ ਦੇ ਢਾਬੇ ਚੱਲ ਰਹੇ ਸੀ ਜਾਂ ਟਰਾਂਸਪੋਰਟੇਸ਼ਨ ਦਾ ਸਿਸਟਮ ਸੀਗਾ, ਟੈਕਸੀ ਦਾ ਸਿਸਟਮ ਸੀਗਾ, ਲੋਕਾਂ ਦਾ ਇੱਕ ਰੁਜ਼ਗਾਰ ਬਣ ਗਿਆ ਸੀਗਾ, ਜਾਂ ਆਪਣੇ ਜਿਹੜੇ ਇੱਥੋਂ ਦੇ ਮੋਮੈਂਟੋਜ਼ ਨੇ ਉਹ ਵੇਚਣ ਦਾ ਸਿਸਟਮ ਸੀਗਾ, ਉਹਨੂੰ ਤੁਸੀਂ ਚਿੱਟੇ ਹਾਥੀ ਦੱਸਤਾ, ਉਹਨਾਂ ਨੂੰ ਬੰਦ ਕਰਨ ਦੀ ਕੋਸ਼ਿਸ਼ ਕੀਤੀ ਤੁਸੀਂ। ਜਿਹੜਾ ਪਾਣੀ ਵਾਲੀ ਬੱਸ ਬੰਦ ਕੀਤੀ ਗਈ ਉਹ ਵੀ ਇਹਨਾਂ ਦੇ ਇੱਕ ਮੰਤਰੀ ਦੀ ਵਜ੍ਹਾ ਕਰਕੇ ਕੀਤੀ ਗਈ, ਕਿਉਂਕਿ ਦੂਸਰੇ ਬੰਦੇ ਨੂੰ ਫਾਇਦਾ ਚੁਕਾਉਣਾ ਸੀਗਾ। ਹਜ਼ਾਰਾਂ ਏਕੜ ਜਿਹੜੀ ਲੈਂਡ ਸੀਗੀ ਉਹਦੇ ਪਾਣੀ ਦਾ ਲੈਵਲ ਉੱਪਰ ਕਰਕੇ ਉਹ ਬੱਸ ਚਲਾਈ ਗਈ ਸੀ। ਉਹ ਜਿਹੜੇ ਢਾਬੇ ਸੀਗੇ ਉੱਥੇ ਟੈਕਸੀਆਂ ਵਾਲੇ ਸੀ, ਬੱਸਾਂ ਵਾਲੇ ਸੀ ਜਾਂ ਦੁਕਾਨਦਾਰ ਸੀ, ਉਹਨਾਂ ਨੂੰ ਫਾਇਦਾ ਹੋ ਰਿਹਾ ਸੀਗਾ। ਪਰ ਉਸ ਜ਼ਮੀਨ ਦਾ ਪਾਣੀ ਦਾ ਲੈਵਲ ਡਾਊਨ ਕਰਕੇ ਅੱਜ ਉਹ ਜ਼ਮੀਨ ਤੇ ਕਬਜ਼ਾ ਕਿਹਦਾ ਹੈਗਾ ਇਹ ਉਹ ਦੱਸ ਦੇਣ। ਇਹਨਾਂ ਦੇ ਨਾਲ ਹੀ ਰਹੇ ਨੇ, ਭਾਈਬੰਦ ਰਹੇ ਨੇ, ਅੱਜ ਇਹਨਾਂ ਦੇ ਪ੍ਰਧਾਨ ਵੀ ਨੇ ਦੂਸਰੀ ਪਾਰਟੀ ਦੇ ਵਿੱਚੋਂ ਦੀ, ਕਾਂਗਰਸ ਚੋਂ, ਉੱਥੋਂ ਹੀ ਆਏ ਨੇ। ਤੇ ਇਸ ਕਰਕੇ ਦੇਖੋ, ਜਿਹੜਾ ਬੰਦਾ ਆਲਰੇਡੀ ਫੇਲੀਅਰ ਰਿਹਾ ਹੋਵੇ, ਜਿਹਨੇ 4.5 ਸਾਲ 'ਚ ਕੁਝ ਦਿੱਤਾ ਨਾ ਹੋਏ ਪੰਜਾਬ ਨੂੰ, ਜਿਹੜੇ ਅਦਾਰੇ ਬੰਦ ਕਰ ਦਿੱਤੇ ਗਏ ਹੋਣ, ਟੂਰਿਜ਼ਮ ਤੁਸੀਂ ਪ੍ਰਮੋਟ ਨਹੀਂ ਕੀਤਾ, ਜਿਹੜਾ ਕਿ ਟੂਰਿਜ਼ਮ ਬਹੁਤ ਵੱਡੀ ਇੱਕ ਚੀਜ਼ ਹੈ। ਜਿਹੜੀ ਸਭ ਤੋਂ ਵੱਡੀ ਗੱਲ ਇਹ ਹੈਗੀ ਹੈ, ਸਵਾਲ ਐਕਚੁਅਲ ਦੇ ਵਿੱਚ ਵੀ ਇੱਕ ਸਰਕਾਰ ਕੋਈ ਸਕੀਮ ਦੇ ਰਹੀ ਹੈ ਤੇ ਦੂਜੀ ਸਰਕਾਰ ਆ ਕੇ ਉਹਨੂੰ ਬੰਦ ਕਿਉਂ ਕਰ ਦਿੰਦੀ ਹੈ? ਮੈਂ ਫਿਲਹਾਲ ਸਰ ਤੁਹਾਡੇ ਕੋਲੋਂ ਜਗਮੋਹਨ ਸਿੰਘ ਜੀ ਪੁੱਛਣਾ ਚਾਹਾਂਗੀ। ਮੈਂ ਦੱਸਦਾ ਜੀ, ਕਈ ਤਰ੍ਹਾਂ ਦੀਆਂ ਪਾਲਿਸੀਜ਼ ਜਿਹੜੀਆਂ ਨੇ ਨਾ ਸਰਕਾਰਾਂ ਦੇ ਵਿੱਚ ਇਸ ਤਰ੍ਹਾਂ ਬਣ ਜਾਂਦੀਆਂ ਨੇ ਅੰਡਰ ਕੰਪਲਸਿਵ ਸਿਚੁਏਸ਼ਨ ਜਾਂ ਅਦਰਵਾਈਜ਼ ਆਈ ਕੈਨ ਨਾਟ ਸੇ। ਜਿਸ ਤਰ੍ਹਾਂ ਹੁਣ ਸਪੋਜ਼ ਕਰ ਲਓ ਇਲੈਕਟ੍ਰਿਸਿਟੀ ਦੇ ਸਾਡੇ ਸਮਝੌਤੇ ਸੀਗੇ, ਉਸ ਸਮਝੌਤਿਆਂ ਦੇ ਵਿੱਚ ਠੀਕ ਹੈ ਕਿ ਫ੍ਰੀ ਫਲੋ ਆਫ ਇਲੈਕਟ੍ਰਿਸਿਟੀ ਸਾਰਾ ਕੁਝ ਹੋਇਆ, ਲੇਕਿਨ ਉਹਦੀ ਕਾਸਟ ਜਿਹੜੀ ਸੀ ਉਹ ਜੋ ਪੰਜਾਬ ਦੇ ਲੋਕਾਂ ਨੂੰ ਬੀਅਰ ਕਰਨੀ ਪਈ, ਉਸ ਦੇ ਨਾਲ ਪੰਜਾਬ ਦੇ ਲੋਕਾਂ ਦੀ ਆਰਥਿਕਤਾ ਦਾ ਥੋੜਾ ਲੱਕ ਟੁੱਟਿਆ। ਹੁਣ ਅੱਜ ਦੀ ਤੁਸੀਂ ਪ੍ਰਿੰਟ ਮੀਡੀਆ ਦੇ ਵਿੱਚ ਦੇਖ ਲਓ ਕਿ ਜਿਹੜੇ ਪੰਜਾਬ ਦੀ ਸਰਕਾਰ ਸੀਗੀ ਉਹ ਗਈ ਹੈਗੀ ਆ ਉੱਥੇ ਕਿ ਇਸ ਨੂੰ ਜਿਹੜੇ ਸਮਝੌਤੇ ਨੂੰ ਅਸੀਂ ਰੱਦ ਕਰਨਾ ਚਾਹੁੰਦੇ ਹਾਂ, ਲੇਕਿਨ ਰੈਗੂਲੇਟਰੀ ਕਮਿਸ਼ਨ ਨੇ ਉਹਨਾਂ ਨੂੰ ਸਟੇ ਦੇ ਦਿੱਤੀ ਹੈ, ਪ੍ਰਾਈਵੇਟ ਜਿਹੜੇ ਪਲੇਅਰ ਸੀ ਇਸ ਦੇ ਵਿੱਚ। ਤੋ ਉਹ ਇਸ ਤਰ੍ਹਾਂ ਦੇ ਐਗਰੀਮੈਂਟਸ ਉਹਦੇ ਵਿੱਚ ਹੋਏ ਹੋਏ ਆ, ਯੂ ਕੈਨ ਨਾਟ ਅਫੋਰਡ ਦੀ ਟਰਮੀਨੇਸ਼ਨ ਆਫ ਦੀ ਐਗਰੀਮੈਂਟਸ। ਉਹ ਹੁਣ ਸਾਨੂੰ ਫੇਸ ਕਰਨੇ ਪੈਣੀਆਂ ਸਾਰੀਆਂ ਚੀਜ਼ਾਂ, ਜੇ ਸਰਕਾਰ ਚਾਹੁੰਦੀ ਵੀ ਹੈ ਨਾ, ਤਦ ਵੀ ਉਹ ਚੀਜ਼ਾਂ ਜਿਹੜੀਆਂ ਕਈ ਦਫਾ ਐਗਰੀਮੈਂਟ ਕਾਰਨ ਅੱਗੇ ਤੱਕ ਨਹੀਂ ਜਾ ਸਕਦੀਆਂ। ਦੂਸਰੀ ਗੱਲ ਜਿਹੜੀ ਆ, ਜਿਹੜਾ ਸਾਡਾ ਅਗਲਾ ਪਲੈਨਿੰਗ ਹੈਗਾ, 1 ਲੱਖ ਜਿਹੜਾ ਹੈਗੇ ਲੋਕਾਂ ਨੂੰ ਪਰ ਈਅਰ ਅਸੀਂ ਜੌਬ ਦੇਣੀ ਆ। ਮੋਰ ਓਵਰ ਇਸ ਤੋਂ ਇਲਾਵਾ ਜਿਹੜਾ ਹੈਗਾ ਉਹ ਸਾਡੇ ਕੋਲੇ ਜਿੰਨੀਆਂ ਸਰਕਾਰੀ ਨੌਕਰੀਆਂ ਨੇ ਇਸ ਵੇਲੇ ਅਵੇਲੇਬਲ, ਪਹਿਲੇ ਸਾਲ ਦੇ ਵਿੱਚ ਹੀ ਸਾਰੀਆਂ ਸਰਕਾਰੀ ਨੌਕਰੀਆਂ ਨੂੰ ਅਸੀਂ ਭਰਾਂਗੇ ਜੀ।
ਤੋ ਉਸ ਤੋਂ ਇਲਾਵਾ ਜਿਹੜਾ ਹੈਗਾ ਪਰ ਦੇਖੋ ਹੁਣ ਇਹ ਤਾਂ ਸਾਡਾ ਬੇਸ਼ੱਕ ਕੈਪਟਨ ਸਾਹਿਬ ਕਾਂਗਰਸ ਪਾਰਟੀ ਤੋਂ ਸੀਗੇ, ਇਸ ਟਾਈਮ ਪਾਰਟੀ ਵੱਖਰੀ ਬਣ ਗਈ, ਪਰ ਪਿਛਲੇ 5 ਸਾਲ ਦੇ ਵਿੱਚ ਕਿੰਨੀ ਕੁ ਜੌਬ ਰਿਕਰੂਟਮੈਂਟ ਹੋਈ ਆ ਉਹਨਾਂ ਦੇ ਅੰਡਰ ਦੱਸੋ। ਉਹ ਮੈਂ ਤੁਹਾਨੂੰ ਦੱਸ ਚੁੱਕਿਆ ਹਾਂ ਜੀ ਕਿ ਅਸੀਂ 6 ਜਿਹੜੇ ਸੀ ਉਹ ਪ੍ਰੋਜੈਕਟ ਲਗਾਏ ਸੀਗੇ, ਲੇਕਿਨ ਹੁਣ ਅਸੀਂ ਇਸ ਨੂੰ ਹੋਰ ਐਕਸਪੈਂਡ ਕਰ ਰਹੇ ਹਾਂ। ਇਹਦੇ ਵਿੱਚ ਜਿਹੜਾ ਹੈਗਾ 1 ਲੱਖ ਜਿਹੜੀ ਨੌਕਰੀ ਆ ਉਹ ਤਾਂ ਅਸੀਂ ਦੇਣੀ ਹੈ। ਜਿਹੜੀਆਂ ਸਰਕਾਰੀ ਨੌਕਰੀਆਂ ਨੇ ਵਿਦਨ 1 ਈਅਰ, ਇਹ ਨਹੀਂ ਹੈ ਵੀ ਚੌਥੇ ਸਾਲ ਜਾ ਕੇ ਅਸੀਂ ਕੱਢਾਂਗੇ, ਪਹਿਲੇ ਸਾਲ ਦੇ ਵਿੱਚ ਹੀ ਸਾਰੀਆਂ ਭਰ ਦਾਂਗੇ ਉਹਨਾਂ ਨੂੰ ਜੀ। ਹਰਜੀਤ ਐਜ਼ ਪਰ ਜੀ ਪ੍ਰੋਸੀਜਰ। ਦੇਖੋ ਗੱਲ ਇਸ ਤਰ੍ਹਾਂ ਕਿ ਗੱਪਾਂ ਮਾਰਨ ਜੋ ਮਰਜ਼ੀ ਕਰ ਲੈਣ, 1 ਲੱਖ EMPLOYE ਤੇ ਅੱਜ ਦੀ ਡੇਟ 'ਚ ਵੀ ਪੰਜਾਬ 'ਚ ਨਹੀਂ ਹੈਗੇ ਜੀ। ਜਦੋਂ ਦਾ ਹਿੰਦੁਸਤਾਨ ਆਜ਼ਾਦ ਹੋਇਆ ਕਦੀ 1 ਲੱਖ EMPLOYE ਨਹੀਂ ਹੋਏ, ਔਰ ਇਹ ਸਾਲ ਦੀ ਗੱਲ ਕਰਦੇ ਆ। ਔਰ ਜਿਹੜੀ ਭਾਈਵਾਲ ਪਾਰਟੀ ਨਾਲੇ ਹੈਗੇ ਉਹਨਾਂ ਨੇ 2 ਕਰੋੜ ਨੌਕਰੀਆਂ ਦੇਣ ਦੀ ਗੱਲ ਕੀਤੀ ਸੀ, ਔਰ ਅਜੇ ਤੱਕ ਉਹ ਕਿਸੇ ਨੌਕਰੀਆਂ ਨਹੀਂ ਦੇ ਸਕੇ। ਨੌਕਰੀਆਂ ਦੇਣ ਦੀ ਬਜਾਏ ਜਿਹੜੇ ਸਰਕਾਰੀ ਅਦਾਰੇ ਸੀ ਉਹਨਾਂ ਨੇ ਉਹ ਸੇਲ ਤੇ ਲਾਤੇ, ਵੇਚਤੇ। ਚਾਹੇ 에ਅਰ ਇੰਡੀਆ ਲਾ ਲਓ ਤੁਸੀਂ, ਚਾਹੇ PNT ਲਾ ਲਓ ਤੁਸੀਂ, ਚਾਹੇ ਤੁਸੀਂ ਬਾਕੀ ਅਦਾਰੇ ਲਾ ਲਓ, ਤੁਸੀਂ 에ਅਰਪੋਰਟ ਲਾ ਲਓ, ਹਰ ਚੀਜ਼ ਉਹਨਾਂ ਨੇ ਵੇਚਤੀ। ਔਰ ਪੰਜਾਬ ਦੇ ਵਿੱਚ ਵੀ ਜਿਹੜੀ ਰਹਿੰਦੀ ਹੁੰਦੀ ਕਸਰ ਇੱਥੇ ਆ ਕੇ ਕੱਢ ਲੈਣਗੇ, ਵੇਚ ਦੇਣਗੇ। ਇਹ ਸਿਰਫ ਗੱਲਾਂ ਨੇ। ਔਰ ਜਿਹੜੇ ਗੱਲਾਂ ਕਰਦੇ ਮੇਲੇ ਲਾਏ ਸੀਗੇ, ਤੁਸੀਂ ਵੀ ਪੜ੍ਹੇ ਹੋ ਕਾਲਜਾਂ ਦੇ ਵਿੱਚ, ਤੁਸੀਂ ਪ੍ਰੋਫੈਸ਼ਨਲ ਜਿਹੜੇ ਕਾਲਜ ਉਹਨਾਂ 'ਚ ਪੜ੍ਹੇ ਹੋਗੇ, ਅਸੀਂ ਵੀ ਪੜ੍ਹੇ ਹਾਂ। ਹਰ ਕਾਲਜ ਦੇ ਵਿੱਚ ਪਹਿਲਾਂ ਹੀ ਮੇਲੇ ਲੱਗਦੇ ਸੀ, ਰਿਕਰੂਟਮੈਂਟ ਹੁੰਦੀ ਸੀਗੀ, ਕੰਪਨੀਜ਼ ਨੂੰ ਬੁਲਾਇਆ ਜਾਂਦਾ ਸੀਗਾ। ਲੇਕਿਨ ਉਹਨਾਂ ਜਦੋਂ ਕੰਪਨੀ ਨੂੰ ਬੁਲਾਇਆ ਜਾਂਦਾ ਸੀ ਤੁਹਾਨੂੰ ਇੱਕ ਨਾ ਇੱਜ਼ਤ ਮਾਣ ਮਿਲਦਾ ਸੀਗਾ, ਤੁਹਾਨੂੰ ਇੱਕ ਹੈਲਥੀ ਇੱਕ ਪੈਕੇਜ ਮਿਲਦਾ ਸੀਗਾ, ਤੁਹਾਨੂੰ ਵੀ ਲੱਗਦਾ ਸੀ ਮੈਨੂੰ ਕੁਝ ਮਿਲ ਰਿਹਾ, ਮੈਂ ਪੜ੍ਹ ਲਿਖ ਕੇ ਚੰਗੀ ਜਗ੍ਹਾ ਤੇ ਜਾ ਰਿਹਾ। ਲੇਕਿਨ ਇਹਨਾਂ ਨੇ ਤਾਂ ਬੋਲੀ ਲਵਾਈ ਸਟੂਡੈਂਟਸ ਦੀ। ਉਹ ਪਹਿਲਾਂ ਹੀ ਮੇਲੇ ਲੱਗਦੇ ਸੀ, ਲੇਕਿਨ ਉਹਨਾਂ ਮੇਲਿਆਂ 'ਚ ਇਹਨਾਂ ਨੇ ਬੋਲੀ ਲਵਾਤੀ। ਕੰਪਨੀਜ਼ ਨੂੰ ਇਹ ਕਿਹਾ ਗਿਆ ਕਿ ਤੁਸੀਂ 6 ਮਹੀਨੇ ਲਈ ਇਸ ਬੰਦੇ ਨੂੰ ਅਪਲਾਈ ਕਰ ਲਓ, ਭਾਵੇਂ ਦੀ 5000 ਰੁਪਏ ਦਿਓ ਇਹਨੂੰ 6 ਮਹੀਨੇ, ਠੀਕ ਹੈ। ਉਹਨਾਂ ਕਾਲਜਿਸ ਤੋਂ ਜਿਹੜੀਆਂ ਯੂਨੀਵਰਸਿਟੀ, ਪ੍ਰਾਈਵੇਟ ਯੂਨੀਵਰਸਿਟੀ, ਕਿਉਂਕਿ ਬਹੁਤ ਮੋਟੀ ਉਹ ਫੀਸ ਲੈਂਦੀਆਂ ਨੇ, ਔਰ ਉਸ ਫੀਸ ਦੇ ਵਿੱਚ ਉਹਨਾਂ ਨੂੰ ਹਿੱਸਾ ਜਿਹੜਾ ਕੰਪਨੀਆਂ ਨੂੰ ਦਿੱਤਾ ਗਿਆ। ਔਰ 6-6 ਮਹੀਨੇ ਬਾਅਦ ਸਟੂਡੈਂਟ ਕਿੱਥੇ ਨੇ ਅੱਜ? ਤੁਸੀਂ ਯਾਰ ਪੁੱਛੋ ਤੁਸੀਂ ਉਹਨਾਂ ਨੂੰ, ਜਿਹੜੇ ਕਹਿੰਦੇ ਵੀ ਇੰਨੇ ਲੱਖ ਅਸੀਂ ਸਟੂਡੈਂਟ ਨੂੰ ਦੇਤਾ। ਬਿਲਕੁਲ ਇਹਨਾਂ ਨੇ ਗਲਤ ਗੱਲ ਕਰ ਰਹੇ ਨੇ। ਉਹੀ ਸਟੂਡੈਂਟ ਜਿਹੜੇ ਨੇ ਇੱਥੋਂ ਡੀਮੋਰਲਾਈਜ਼ ਹੋ ਕੇ ਉਹ ਸ਼ਿਫਟ ਹੋਏ, ਔਰ ਪਿਛਲੇ 50 ਸਾਲਾਂ ਸ਼ਿਫਟ ਹੋਏ ਨੇ। ਪਿਛਲੇ 50 ਸਾਲਾਂ 'ਚ ਪਹਿਲਾਂ ਲੱਖ, ਫਿਰ 2 ਲੱਖ, 2.5 ਲੱਖ, ਅੱਜ 3 ਲੱਖ ਤੋਂ ਉੱਪਰ ਜਿਹੜਾ ਹੈਗੇ ਨਫਰੀ ਹੈਗੀ ਜਿਹੜੀ ਹਰ ਸਾਲ ਜਾ ਰਹੀ ਹੈ। 50 ਸਾਲਾਂ ਦੇ ਵਿੱਚ ਇਹਨਾਂ ਨੇ ਘੱਟੋ ਘੱਟ ਜਿਹੜੇ ਹੈਗੇ ਨੇ 50 ਲੱਖ ਸਟੂਡੈਂਟ ਜਿਹੜਾ ਕੈਨੇਡਾ ਔਰ ਯੂਰਪ 'ਚ ਗਿਆ ਹੈਗਾ, ਇਹਨਾਂ ਦੀ ਵਜ੍ਹਾ ਕਰਕੇ ਗਿਆ, ਕਿਉਂਕਿ ਇਹਨਾਂ ਨੇ ਨੌਕਰੀ ਨਹੀਂ ਦਿੱਤੀ। ਇਹ ਜਿਹੜੀਆਂ ਗੱਲਾਂ ਇਵਨ ਹੁਣ ਦੁਹਰਾਈਆਂ ਜਾ ਰਹੀਆਂ ਵੀ ਅਸਿਸਟੈਂਸ ਵੀ ਦੇਵਾਂਗੇ ਅਸੀਂ, ਕੋਚਿੰਗ ਵੀ ਦੇਵਾਂਗੇ, ਤੁਸੀਂ ਬੱਚੇ ਬਾਹਰ ਭੇਜੋ। ਬਟ ਦੇਖੋ ਆਪਣੇ ਕੋਲ ਵਕਤ ਬਹੁਤ ਸੀਮਿਤ ਸੀ। ਐਟ ਦ ਐਂਡ ਆਖਰੀ ਸਵਾਲ ਤੁਹਾਡੇ ਸਾਰਿਆਂ ਦੇ ਲਈ ਮੇਰੇ ਕੋਲ ਇਹੀ ਹੈ ਕਿ ਜੇਕਰ ਲੋਕ ਤੁਹਾਡੀ ਪਾਰਟੀ ਨੂੰ ਵੋਟ ਪਾਉਣ, ਕਿਉਂ ਪਾਉਣ? ਥੋੜੇ ਜਿਹੇ ਸ਼ਬਦਾਂ ਦੇ ਵਿੱਚ ਮੈਂ ਤੁਹਾਡੇ ਸਾਰਿਆਂ ਤੋਂ ਇਸ ਸਵਾਲ ਦਾ ਜਵਾਬ ਚਾਹਾਂਗੀ। ਇਸ ਕਰਕੇ ਪਾਉਣ ਕਿ ਜਿਹੜਾ ਮਹਾਗਠਬੰਧਨ ਹੈਗਾ ਇਹ ਪੰਜਾਬ ਨੂੰ ਜਿਹੜੀ ਵਰਤਮਾਨ ਸੰਕਟ ਆ ਇਹਦੇ ਵਿੱਚੋਂ 100% ਬਾਹਰ ਕੱਢੇਗਾ ਤੇ ਪੰਜਾਬ ਦਾ ਵਿਕਾਸ ਕਰੇਗਾ, ਖੁਸ਼ਹਾਲੀ ਕਰੇਗਾ, ਆਰਥਿਕ ਪੱਖ ਤੋਂ, ਐਜੂਕੇਸ਼ਨ ਦੇ ਪੱਖ ਤੋਂ, ਸਿਹਤ ਦੇ ਪੱਖ ਤੋਂ, ਖੇਤੀ ਸੈਕਟਰ ਦੇ ਪੱਖ ਤੋਂ, ਇੰਡਸਟਰੀ ਦੇ ਪੱਖ ਤੋਂ। ਜਿਹੜਾ ਪੰਜਾਬ ਦਾ ਜਿਹੜਾ ਨੌਜਵਾਨ ਹੈ ਉਸ ਨੂੰ ਜਿਹੜਾ ਹੈਗਾ ਇੱਕ ਰੋਸ਼ਨ ਭਵਿੱਖ ਜਿਹੜਾ ਪ੍ਰਦਾਨ ਕਰੇਗਾ। ਜੀ ਹਰਜੀਤ ਜੀ ਕੀ ਕਹਿਣਾ ਚਾਹੋ? ਦੇਖੋ ਪੰਜਾਬ ਦੀ ਇੱਕੋ ਇੱਕ ਪਾਰਟੀ ਹੈ ਸ਼੍ਰੋਮਣੀ ਅਕਾਲੀ ਦਲ, ਜਿਹੜੀ ਉਹਨਾਂ ਦੀ ਆਪਣੀ ਪਾਰਟੀ ਹੈ, ਕਿਸਾਨਾਂ ਦੀ, ਵਪਾਰੀਆਂ ਦੀ, ਔਰ ਆਪਸੀ ਸਾਂਝ ਰੱਖਣ ਵਾਲੀ ਪਾਰਟੀ ਹੈ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਉਹਨਾਂ ਨੇ 5 ਵਾਰੀ ਮੌਕਾ ਦਿੱਤਾ ਹੈ, ਇਸੇ ਕਰਕੇ ਦਿੱਤਾ ਕਿ ਉਹਨਾਂ ਨੇ ਪੰਜਾਬ ਦੀ ਗੱਲ ਕੀਤੀ, ਪੰਜਾਬੀਅਤ ਦੀ ਗੱਲ ਕੀਤੀ, ਪਾਣੀਆਂ ਦੀ ਗੱਲ ਕੀਤੀ, ਔਰ ਸੈਂਟਰ ਨਾਲ ਲੜਾਈ ਲੜੀ, ਔਰ ਉਹਦੇ ਕਰਕੇ ਕਈ ਵਾਰ ਜੇਲ੍ਹ ਵੀ ਗਏ। ਜਿਹੜੀਆਂ ਪਾਰਟੀਆਂ ਨੇ ਇਹ ਦਿੱਲੀ ਤੋਂ ਆਪਰੇਟ ਹੁੰਦੀਆਂ, ਔਰ ਜਿਸ ਤਰੀਕੇ ਨਾਲ ਇਹ ਆਪਰੇਟ ਹੁੰਦੀਆਂ ਤੁਸੀਂ ਸਾਰਿਆਂ ਨੇ ਦੇਖਿਆ ਹੀ ਹੈ ਕਿ ਦਿੱਲੀ ਤੋਂ ਹੀ ਫਰਮਾਨ ਆਉਂਦੇ ਆ, ਦਿੱਲੀ ਤੋਂ ਹੀ ਸਾਰਾ ਕੁਝ ਹੁੰਦਾ, ਔਰ ਪੰਜਾਬ ਦੀ ਗੱਲ ਨਹੀਂ ਹੁੰਦੀ। ਪੰਜਾਬ ਦੇ ਵਿੱਚ ਅਗਰ ਆਉਂਦੇ ਆ ਤਾਂ ਪਾਣੀ ਦੀ ਵੰਡ ਦੀ ਗੱਲ ਹੁੰਦੀ ਹੈ, ਪੋਲੂਸ਼ਨ ਦੀ ਗੱਲ ਹੁੰਦੀ ਹੈ, ਔਰ ਦਿੱਲੀ ਦੇ ਇਸ਼ਾਰੇ ਦੇ ਉੱਤੇ ਉਹਦੇ 'ਚ ਪੰਜਾਬ ਦੇ ਵਿੱਚੋਂ ਦੀ ਕੀ ਲੁੱਟ ਕੇ ਲੈ ਕੇ ਜਾਇਆ ਸਕਦਾ ਹੈ ਉਹਦੀ ਗੱਲ ਹੁੰਦੀ ਹੈ। ਤੇ ਇਸ ਵਾਰ ਤੁਹਾਨੂੰ ਕਿਉਂ ਚੁਣਿਆ ਜਾਵੇ? ਦੇਖੋ ਜੀ, ਅਸੀਂ ਪਹਿਲਾਂ ਵੀ ਡਿਵੈਲਪਮੈਂਟ ਕੀਤੀ, ਸਾਡੇ ਪੁਰਾਣੀ ਡਿਵੈਲਪਮੈਂਟ ਜਿਹੜੀ ਹੈਗੀ ਆ, ਪੁਰਾਣਾ ਜਿਹੜਾ ਰਿਪੋਰਟ ਕਾਰਡ ਹੈ ਉਹਨੂੰ ਦੇਖ ਕੇ, ਔਰ ਜੋ ਅਸੀਂ ਅੱਜ ਨਵਾਂ ਕਰਕੇ ਲੈ ਕੇ ਆਉਣਾ ਚਾਹੁੰਦੇ ਹਾਂ। ਤੁਸੀਂ ਅੱਜ ਕਿਸੇ ਵੀ ਸੜਕ ਤੇ ਨਿਕਲੋ, ਸਾਰੀਆਂ ਸੜਕਾਂ ਦਾ ਜਿਹੜਾ ਜਾਲ ਵਿਛਿਆ ਹੋਇਆ ਹੈ ਤੁਸੀਂ ਉਹਨੂੰ ਦੇਖੋ, ਤੁਸੀਂ ਜਿਹੜੇ 에ਅਰਪੋਰਟ ਲੈ ਕੇ ਉਹਨਾਂ ਨੂੰ ਦੇਖੋ, ਤੇ ਜਿਹੜੇ ਜੁਡੀਸ਼ੀਅਲ ਕੰਪਲੈਕਸ ਲੈ ਕੇ ਆਉਂਦੇ ਉਹਨਾਂ ਨੂੰ ਦੇਖੋ, ਤੁਸੀਂ ਪਟਵਾਰਖਾਨੇ ਦੇਖੋ, ਤੁਸੀਂ ਜਿੱਥੇ ਤੁਹਾਨੂੰ ਇੱਧਰ ਉੱਧਰ ਘੁੰਮਣਾ ਪੈਂਦਾ ਸੀਗਾ, ਅੱਜ ਫਰਦ ਸੈਂਟਰ ਨੇ ਕਿਸੇ ਨੂੰ ਪਟਵਾਰੀ ਨੂੰ ਪੈਸੇ ਨਹੀਂ ਦੇਣੇ ਪੈਂਦੇ। ਜਿਹੜਾ ਉਹ ਕਰਪਸ਼ਨ ਜਿਹੜੀ ਸੀ ਅਸੀਂ ਖਤਮ ਕੀਤੀ, ਔਰ ਜਿੰਨਾ ਆਪਸ ਭਾਈਚਾਰਾ ਜਿਹੜਾ ਹੈਗਾ, ਜਿਹੜੀ ਸਾਂਝ ਕਾਂਗਰਸ ਨੇ ਕਿਸ ਟਾਈਮ ਖਤਮ ਕਰਤੀ ਸੀ, ਕਿਸੇ ਸਿੱਖ ਨੂੰ ਬਾਹਰ ਕੋਈ ਦੇਖਣਾ ਨਹੀਂ ਚਾਹੁੰਦਾ ਸੀ, ਔਰ ਪੰਜਾਬ ਦੇ ਕੋਈ ਹਿੰਦੂ ਨੂੰ ਦੇਖਣਾ ਨਹੀਂ ਚਾਹੁੰਦਾ ਸੀਗਾ, ਉਹ ਸਾਂਝ ਨੂੰ ਫਿਰ ਅਸੀਂ ਬਰਕਰਾਰ ਕੀਤਾ ਹੈਗਾ। ਉਹ ਸਾਂਝ ਦੇ ਵਾਸਤੇ ਜਿਹੜਾ ਹੈਗਾ ਅਸੀਂ ਕਹਿੰਦੇ ਹਾਂ ਕਿ ਤੁਸੀਂ ਪੰਜਾਬ ਦੇ ਵਿੱਚ ਦੁਬਾਰਾ ਸ਼੍ਰੋਮਣੀ ਅਕਾਲੀ ਦਲ ਨੂੰ ਆਪਣਾ ਵੋਟ ਪਾ ਕੇ ਲੈ ਕੇ ਆਓ। ਕੀ ਕਹਿਣਾ ਚਾਹੋਗੇ ਤੁਸੀਂ ਜਗਤਾਰ ਜੀ? ਸੰਯੁਕਤ ਸਮਾਜ ਮੋਰਚਾ ਕਿਉਂਕਿ ਕਿਸਾਨਾਂ ਦੀ ਪਾਰਟੀ ਹੈ ਤੇ ਤੁਸੀਂ ਸਭ ਦੇਖ ਚੁੱਕੇ ਹੋ ਕਿ ਜਦੋਂ ਇਹਨਾਂ ਦੀਆਂ ਗਲਤ ਨੀਤੀਆਂ ਕਰਕੇ, ਸਾਰੀਆਂ ਪਾਰਟੀਆਂ ਦੀ ਗਲਤ ਨੀਤੀਆਂ ਕਰਕੇ ਜਿਹੜਾ ਵਿਦੇਸ਼ੀ ਕੰਪਨੀਆਂ ਦਾ ਕਬਜ਼ਾ ਹੋ ਚੁੱਕਿਆ ਸਾਡੇ ਲਗਭਗ ਸਾਰੇ ਦੇ ਸਾਰੇ ਸਿਸਟਮ ਤੇ ਅਸੀਂ ਉਸ ਜਿਹੜਾ ਵੱਡੇ ਕਾਰਪੋਰੇਟਾਂ ਦੇ ਖਿਲਾਫ ਲੜ ਕੇ ਪੰਜਾਬ ਦੀ ਜਿਹੜੀ ਖੁਦਮੁਖਤਿਆਰੀ ਨੂੰ ਬਹਾਲ ਕੀਤਾ ਹੈ ਤੇ ਅਸੀਂ ਉਹਨਾਂ ਕੰਪਨੀਆਂ ਦੇ ਖਿਲਾਫ ਖੜੇ ਹਾਂ। ਜਦੋਂ ਇਹਨਾਂ ਨੇ ਭਾਈਵਾਲੀ ਕਰਕੇ ਹਿੱਸੇ ਪਾਏ ਸੀ ਤੇ ਸੈਂਟਰ ਸਰਕਾਰ ਦੀ ਦੇਣ ਆ ਕਿ 531 ਲੱਖ ਕਰੋੜ ਰੁਪਏ ਦਾ ਕਰਜ਼ਾ ਹੁਣ ਤੱਕ ਸੈਂਟਰ ਨੇ ਚੜਾਇਆ ਤੇ 2,82,000 ਕਰੋੜ ਰੁਪਇਆ ਕਾਂਗਰਸ ਤੇ ਅਕਾਲੀ ਦਲ ਪਾਈ ਜਾਵੇ। ਇਹ ਸਾਰੀਆਂ ਚੀਜ਼ਾਂ ਲੋਕ ਜਾਣਦੇ ਨੇ ਚੰਗੀ ਤਰ੍ਹਾਂ। ਬਿਲਕੁਲ ਅਸੀਂ ਜਿਹੜਾ ਪੰਜਾਬ ਦੇ ਲੋਕਲ ਜਿਹੜੇ ਮਸਲੇ ਨੇ ਉਹਨਾਂ ਨੂੰ ਲੋਕਲ ਲੈਵਲ ਤੇ ਹੱਲ ਕਰਨ ਦੀ ਗੱਲ ਕਰਾਂਗੇ। ਅਸੀਂ ਕੋਈ ਹਵਾਈ ਗੱਲਾਂ ਨਹੀਂ ਕਰਾਂਗੇ ਕਿ ਅਸੀਂ ਜੇ ਇਹਨਾਂ ਨੂੰ ਪੁੱਛਿਆ ਜਾਵੇ ਵੀ ਅਸੀਂ ਇੰਨਾ ਰੁਜ਼ਗਾਰ ਦੇਵਾਂਗੇ, ਇਹ ਤਾਂ ਦੱਸਣ ਤਾਂ ਸਹੀ ਪੈਸਾ ਕਿੱਥੋਂ ਆਏਗਾ। ਸਾਨੂੰ ਜੇ ਮੌਕਾ ਮਿਲਦਾ ਹੈ
ਤਾਂ ਅਸੀਂ ਪੰਜਾਬ ਦੇ ਵਿੱਚ ਰੁਜ਼ਗਾਰ ਦੇ ਮੌਕੇ ਲੋਕਲ ਲੈਵਲ ਤੇ ਪੈਦਾ ਕਰਾਂਗੇ। ਅਸੀਂ ਨੌਜਵਾਨਾਂ ਦਾ ਜਿਹੜਾ ਨਿਰਾਸ਼ ਹੋ ਕੇ ਬਾਹਰ ਭੱਜ ਰਹੇ ਨੇ ਉਹਨਾਂ ਨੂੰ ਪੰਜਾਬ ਦੇ ਵਿੱਚ ਹੀ ਆਪਣੀ ਜਿਹੜੀ ਟੈਲੈਂਟ ਹੈ, ਆਪਣੀ એનર્ਜੀ ਨੂੰ ਲਾਉਣ ਲਈ ਉਹਨਾਂ ਨੂੰ ਪ੍ਰੇਰਿਤ ਕਰਾਂਗੇ ਤੇ ਉਹਨਾਂ ਨੂੰ ਮੌਕੇ ਪ੍ਰਦਾਨ ਕਰਾਂਗੇ। ਉਹਨਾਂ ਨੂੰ ਬਿਨਾਂ ਵਿਆਜ ਤੋਂ ਜਾਂ ਥੋੜੇ ਵਿਆਜ ਤੇ ਲੋਨ ਦੇਵਾਂਗੇ ਤਾਂ ਕਿ ਉਹ ਆਪਣੇ ਛੋਟੇ ਰੁਜ਼ਗਾਰ ਜਿਹੜੇ ਉਹ ਪੈਦਾ ਕਰ ਸਕਣ। ਬਹੁਤ ਸ਼ੁਕਰੀਆ ਜਗਤਾਰ ਸਿੰਘ ਜੀ, ਬਹੁਤ ਸ਼ੁਕਰੀਆ। ਪੰਜਾਬ ਦੀ ਖੁਸ਼ਹਾਲੀ ਹੀ ਆਖਿਰਕਾਰ ਸਾਡਾ ਜਿਹੜਾ ਇੱਕ ਸੁਪਨਾ ਹੈਗਾ। ਹਰ ਕੋਈ ਇਹ ਚਾਹੁੰਦਾ ਹੈ ਕਿ ਪੰਜਾਬ ਖੁਸ਼ਹਾਲ ਹੋਵੇ, ਹਰ ਕੋਈ ਆਪਣੇ ਘਰ ਦੇ ਵਿੱਚ ਸੁਖੀ ਵਸੇ। ਪੰਜਾਬ ਦਾ ਹਰ ਇੱਕ ਨਾਗਰਿਕ ਆਉਣ ਵਾਲੀਆਂ ਇਸ ਵਿਧਾਨ ਸਭਾ ਚੋਣਾਂ ਦੇ ਵਿੱਚ 20 ਤਰੀਕ ਨੂੰ ਵੋਟ ਜ਼ਰੂਰ ਪਾਵੇ। ਵੋਟ ਪਾਉਣ ਤੋਂ ਪਹਿਲਾਂ ਕਿਹੜੀਆਂ ਗੱਲਾਂ ਤੁਹਾਡੇ ਜ਼ਿਹਨ ਦੇ ਵਿੱਚ ਹੋਣੀਆਂ ਬੇहद ਜ਼ਿਆਦਾ ਜ਼ਰੂਰੀ ਨੇ, ਕਿਹੜੀਆਂ ਚੀਜ਼ਾਂ ਨੇ ਜਿਹੜੀਆਂ ਕਿ ਤੁਹਾਨੂੰ ਇਹ ਸੋਚਣ ਲਈ ਬੇਚੈਨ ਕਰ ਦੇਣ ਕਿ ਅਸੀਂ ਆਪਣੀ ਨਵੀਂ ਪੀੜ੍ਹੀ ਨੂੰ, ਆਉਣ ਵਾਲੀ ਪੀੜ੍ਹੀ ਨੂੰ ਕਿਹੋ ਜਿਹਾ ਪੰਜਾਬ ਦੇ ਕੇ ਜਾਣਾ ਹੈ। ਇਹੀ ਅਹਿਮ ਮਕਸਦ ਸੀ ਇਸ ਵਿਚਾਰ ਚਰਚਾ ਦਾ। ਉਮੀਦ ਹੈ ਕਿ ਹੁਣ ਤੱਕ ਦੂਰਦਰਸ਼ਨ ਚੰਡੀਗੜ੍ਹ ਦੇ ਜ਼ਰੀਏ ਜਿੰਨੀਆਂ ਵੀ ਵਿਚਾਰ ਚਰਚਾ ਦੇ ਵਿਸ਼ੇ ਤੁਹਾਡੇ ਸਾਹਮਣੇ ਰੱਖੇ ਗਏ ਨੇ, ਤੁਸੀਂ ਕਿਸੇ ਨਾ ਕਿਸੇ ਨਤੀਜੇ ਤੇ ਜ਼ਰੂਰ ਪਹੁੰਚੇ ਹੋਵੋਗੇ। ਕੁਝ ਨਾ ਕੁਝ ਤੁਸੀਂ ਡਿਸਾਈਡ ਜ਼ਰੂਰ ਕੀਤਾ ਹੋਏਗਾ ਕਿ ਤੁਸੀਂ ਆਉਣ ਵਾਲਾ ਪੰਜਾਬ ਕਿਸ ਤਰ੍ਹਾਂ ਦਾ ਚਾਹੁੰਦੇ ਹੋ। ਅੱਜ ਦੀ ਇਸ ਵਿਚਾਰ ਚਰਚਾ ਦੇ ਵਿੱਚ ਤੁਹਾਡਾ ਸਾਰਿਆਂ ਦਾ ਆਉਣ ਦੇ ਲਈ ਬਹੁਤ ਸ਼ੁਕਰੀਆ ਜੀ।